ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜੁਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਗੋਬਿੰਦ ਸ਼ੋਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਓਕਾਰ ਜੋਰੀ ਨਮੋ ਕਾਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਵੋ ਬਹਾਰੀ ਤੇਗ ਬਹਾਦੁਰ ਪਰਮਾ ਕਿਰਪਾਲਾ ਵਾਹਿਗੁਰੂ ਪਰਮਾ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਧਰੋ ਧਰਾ ਧਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਯਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੋ ਮਸਲਤ ਕਰ ਬੋਲੇ ਬੈਨਾ ਮੰਦ ਨ ਸਮਝੇ ਗੁਣ ਐਨਾ ਮੱਕੇ ਕੇ ਮਗਿਆ ਸੇਕ ਥਾਨਾ ਚੜ ਜਹਾਜ ਪਰ ਕਰਤ ਭਿਆਨਾ ਜੁਗੋ ਜੁਗ ਅਟਲ ਚਬਰ ਛਤਰ ਤਖਤ ਕੇ ਮਾਲਕ
निमाणियों के मान गुरु, निताणियों के तान गुरु, गुरु गरीब निवाज। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਸਭਾਏਮਾਨ ਹੋਏ ਬੈਠੇ ਸਜੇ ਹੋਏ ਸ਼ਾਮਾਂ ਵੇਲੇ ਦੇ ਸੰਧਿਆ ਵੇਲੇ ਦੇ ਪਾਵਨ ਔਰ ਪਵਿੱਤਰ ਦੀਵਾਨਾਂ ਦੀਆਂ ਹਾਜ਼ਰੀਆਂ ਭਰਨਾ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਭਾਗਾਂ ਵਾਲਿਆਂ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਆਪਾਂ ਸਾਰਿਆਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਘਰ ਦੇ ਕੀਰਤਨੀਆਂ ਦੇ ਪਾਸੋਂ ਆਪ ਸਭ ਸੰਗਤਾਂ ਨੇ ਰੱਬੀ ਬਾਣੀ ਦੇ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਹੈ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੇ ਨਾਲ ਆਪਾਂ ਸਾਰਿਆਂ ਨੇ ਸਾਂਝ ਪਾਉਣੀ ਹੈ। ਪਿਛਲੇ ਦਿਨਾਂ ਤੋਂ ਆਪਾਂ ਨਿਰੰਤਰ ਇਹ ਵਿਚਾਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਕਿ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੱਕੇ ਦੀ ਯਾਤਰਾ ਤੇ ਮਾਲਕ ਦੀ ਜਿਹੜੇ ਨੇ ਲੋਕਾਈ ਨੂੰ ਉਤਾਰਦੇ ਹੋਏ ਸਤਿਗੁਰੂ ਜੀ ਉਪਦੇਸ਼ ਦੇਣ ਵਾਸਤੇ ਤੁਰੇ ਨੇ, ਰਵਾਨਾ ਹੋਏ ਨੇ। ਰਸਤੇ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਿੱਥੇ ਕਾਜੀ ਹਾਜੀ ਹਜ ਯਾਤਰਾ ਕਰਨ ਵਾਸਤੇ ਇਕੱਠੇ ਹੁੰਦੇ ਆ, ਪੱਖਰ ਤੇ ਸੱਖਰ ਦਾ ਉਹ ਦੋ ਸ਼ਹਿਰ ਨੇ, ਉੱਥੇ ਸਤਿਗੁਰੂ ਜੀ ਪਹੁੰਚੇ। ਗੁਰੂ ਨਾਨਕ ਸਾਹਿਬ ਜੀ ਨੇ ਅੱਧਾ ਕੁ ਹਾਜੀਆਂ ਵਾਲਾ ਵੇਸ਼ ਬਣਾ ਲਿਆ ਤੇ ਅੱਧਾ ਕੁ ਪੰਡਤਾਂ ਵਾਲਾ। ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੁਸਲਮਾਨ ਨਜ਼ਰ ਆ ਰਹੇ ਨੇ ਤੇ ਨਾ ਹਿੰਦੂ। ਸਤਿਗੁਰੂ ਜੀ ਨੇ ਨੀਲੇ ਵਸਤਰ ਪਾਏ ਨੇ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੋਥੀ ਗੁਰਬਾਣੀ ਦੀ ਜਿਹੜੀ ਸਤਿਗੁਰੂ ਜੀ ਦੇ ਕੋਲ ਹੈ ਉਹ ਲੈ ਲਈ ਹੈ। ਹੱਥ ਦੇ ਵਿੱਚ ਸਤਿਗੁਰੂ ਜੀ ਦੇ ਡੰਡਾ ਹੈ ਛੋਟਾ, ਤੇ ਸਤਿਗੁਰੂ ਜੀ ਨੇ ਜਨੇਊ ਵੀ ਪਾਇਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਤਿਲਕ ਵੀ ਲਾਇਆ, ਟਿੱਕਾ ਵੀ ਲਾਇਆ। ਸਤਿਗੁਰੂ ਜੀ ਨੇ ਇਸਲਾਮ ਧਰਮ ਦੀ ਮਰਿਆਦਾ ਦੇ ਅਨੁਸਾਰ ਹਾਜੀਆਂ ਵਾਸਤੇ ਕੁਲਾ ਜਿਹੜੀ ਹੈ ਸਹਿਲੀ ਟੋਪੀ ਹੈ ਉਹ ਵੀ ਸਤਿਗੁਰੂ ਜੀ ਨੇ ਪਾ ਲਈ ਹੈ। ਜਦੋਂ ਇੱਥੇ ਪਹੁੰਚੇ ਹੈ ਤੇ ਇੱਥੇ ਬਹੁਤ ਸਾਰੇ ਹਾਜੀ ਹਜ ਯਾਤਰਾ ਸ਼ੁਰੂ ਇੱਥੋਂ ਹੋਣੀ ਹੈ ਪੱਖਰ ਤੇ ਸੱਖਰ ਨਾਮ ਦੇ ਸਥਾਨ ਤੋਂ। ਉੱਥੇ ਇਕੱਠੇ ਹੋਏ ਆ, ਉਹਨਾਂ ਨੇ ਸਤਿਗੁਰੂ ਜੀ ਨੂੰ ਕਈ ਸਵਾਲ ਕੀਤੇ ਤੇ ਇੱਕ ਕਾਜੀ ਬਹਾਵਦੀਨ ਵੀ ਇੱਥੇ ਹੀ ਮਿਲਿਆ। ਉਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤੇ ਵੀ ਗੁਰੂ ਨਾਨਕ ਸਾਹਿਬ ਜੀ ਤੁਸੀਂ ਕਿਹੜੇ ਪਾਸੇ ਤੇ ਕਿਵੇਂ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਜ ਯਾਤਰਾ ਕਰਨ ਵਾਸਤੇ ਤੁਹਾਡੇ ਨਾਲ ਚੱਲੇ ਆ। ਉਹ ਕਹਿੰਦੇ ਵੀ ਤੁਸੀਂ ਨਾ ਤੇ ਹਿੰਦੂ ਨਜ਼ਰ ਆਉਂਦੇ ਜੇ ਤੇ ਨਾ ਤੁਸੀਂ ਮੁਸਲਮਾਨ ਨਜ਼ਰ ਆਉਂਦੇ ਜੇ, ਵੀ ਇਹ ਕੀ ਹੈ? ਮਾਲਕ ਜੀ ਕਹਿੰਦੇ ਅਸੀਂ ਤੇ ਸੱਚ ਦਾ ਪ੍ਰਚਾਰ ਕਰਨ ਵਾਸਤੇ ਆਏ ਆ। ਉਹਨੇ ਸਤਿਗੁਰੂ ਜੀ ਨੂੰ ਕਈ ਸਵਾਲ ਪੁੱਛੇ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉੱਥੇ ਬੜੇ ਵਧੀਆ ਤਰੀਕੇ ਦੇ ਨਾਲ, ਜਿਵੇਂ ਆਪਾਂ ਕਹਿ ਲਓ ਵੀ ਜਦੋਂ ਉਹਨੇ ਪੁੱਛਿਆ ਵੀ ਇਹ ਪੱਗ ਜਿਹੜੀ ਪਾਈ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਹਿਲੀ ਟੋਪੀ ਦੇ ਬਾਰੇ ਵੀ ਸਤਿਗੁਰੂ ਜੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਇਹਨੂੰ ਸਮਝਾਇਆ। ਜਦੋਂ ਸਤਿਗੁਰੂ ਜੀ ਨੇ ਤਰਕ ਦਿੱਤਾ ਨਾ ਤੇ ਇਹ ਸਮਝ ਗਏ ਵੀ ਇਹ ਕੋਈ ਆਮ ਇਨਸਾਨ ਨਹੀਂ, ਤੇ ਨਾਲ ਇਹ ਜਾਣਦੇ ਆ ਵੀ ਇਹ ਤੇ ਭਾਈ ਆਪਣੇ ਤੇ ਤਰਕ ਕਰਦਾ, ਵੀ ਅਸੀਂ ਤੇ ਇਕੱਲੇ ਭੇਖ ਨਾਲ ਹੀ ਜੁੜੇ ਆ, ਪਰ ਇਹ ਤੇ ਬੜਾ ਡੂੰਘਾ ਜਾਣਦਾ। ਵੀ ਇਉਂ ਲੱਗਦਾ ਹੈ, ਕਾਜੀ ਬਾਬਦੀ ਨੂੰ ਨਹੀਂ ਸੋਚਦੇ ਆ, ਇਉਂ ਲੱਗਦਾ ਹੈ ਵੀ ਇਹ ਨਾ ਸਾਨੂੰ ਨੀਵਾਂ ਦਿਖਾਉਣਾ ਚਾਹੁੰਦਾ, ਵੀ ਇਹ ਕੋਈ ਦੁਸ਼ਮਣ ਦੇ ਨਾਲ ਰਲਿਆ ਹੋਇਆ ਹੈ, ਹਿੰਦੂਆਂ ਦਾ ਬੰਦਾ ਹੈ। ਐਂ ਕਰਕੇ ਗੱਲ ਉਹਨਾਂ ਨੇ ਸੋਚੀ ਵੀ ਜਿਵੇਂ ਆਪਾਂ ਨਹੀਂ ਕੋਈ ਸੱਚ ਕਵੇ, ਸਾਡੇ ਮੂੰਹ ਤੇ ਕਵੇ, ਸਾਡੇ ਧਰਮ ਦੇ ਵਿੱਚ ਕੋਈ ਕਹਿ ਦੇ ਵੀ ਭਾਈ ਤੁਸੀਂ ਗਲਤ ਕਰਦੇ ਹੋ, ਤੇ ਪਤਾ ਬਸ ਇੱਕੋ ਇੱਕ ਹੀ ਗੱਲ ਹੈ ਵੀ ਉਹਦੀ ਗੱਲ ਦਾ ਜਵਾਬ ਨਹੀਂ, ਇੱਕੋ ਗੱਲ ਹੀ ਕਹਿ ਦੇਣਾ ਜੀ ਇਹ ਏਜੰਸੀਆਂ ਦਾ ਬੰਦਾ ਹੈ। ਵੀ ਇਹਦਾ ਮਤਲਬ ਕਿ ਸੱਚ ਕਹਿਣ ਵਾਲਾ ਬੰਦਾ ਏਜੰਸੀਆਂ ਦਾ ਬੰਦਾ ਹੋ ਜਾਂਦਾ ਹੈ। ਜੇ ਤੁਸੀਂ ਗਲਤ ਕਰ ਰਹੇ ਹੋ, ਜੇ ਤੁਹਾਨੂੰ ਕੋਈ ਰੋਕਦਾ, ਕਹਿਣ ਤੋਂ ਭਾਵੇਂ ਆ ਵੀ ਅਸੀਂ ਭਾਵੇਂ ਬਲੀਆਂ ਦਿੱਤੀ ਜਾਈਏ, ਅਸੀਂ ਭਾਵੇਂ ਧਰਮ ਦੇ ਨਾਂ ਤੇ ਬੰਦੇ ਵੱਢੀ ਜਾਈਏ, ਬੱਕਰੇ ਵੱਢੀ ਜਾਈਏ, ਕੁਛ ਮਰਜ਼ੀ ਕਰੀ ਜਾਈਏ, ਬਲੀਆਂ ਦਿੱਤੀ ਜਾਈਏ, ਤੇ ਸਾਨੂੰ ਕੋਈ ਇਹ ਨਾ ਕਵੇ ਵੀ ਤੁਸੀਂ ਕਿਉਂ ਕਰਦੇ ਜੇ ਕਵੇਗਾ ਤੇ ਫਿਰ ਤੁਸੀਂ ਏਜੰਸੀਆਂ ਦੇ ਬੰਦੇ ਜੇ। ਨਹੀਂ ਭਾਈ, ਆਹ ਜਿਹੜੀ ਸੋਚ ਹੈ ਨਾ ਇਹ ਸ਼ੁਰੂ ਤੋਂ ਚੱਲਦੀ ਆਉਂਦੀ ਹੈ ਵੀ ਕੋਈ ਕਾਰਨ ਹੈ ਵੀ ਇੰਨੀ ਕੁ ਗੱਲ ਕਹਿ ਦਿਓ ਵੀ ਇਹ ਬੰਦਾ ਤੇ ਭਾਈ ਸਾਜ਼ਿਸ਼ ਕੋਈ ਹੈਗੀ ਹੈ ਸਾਡੇ ਵਿੱਚ ਲਿਆ ਕੇ, ਫਿਰ ਕਹਿੰਦੇ ਜੀ ਸਾਡੀਆਂ ਪਰੰਪਰਾਵਾਂ ਦੇ ਉੱਪਰ ਨਾ ਹਮਲੇ ਕਰਦੇ ਨੇ। ਤੇ ਭਾਈ ਜੇ ਤੁਹਾਡੀਆਂ ਰਵਾਇਤਾਂ ਹੀ ਗਲਤ ਨੇ, ਹਮਲੇ ਕਾਹਦੇ ਨੇ? ਸਚਾਈ ਹੈ
ਜ਼ਰੂਰੀ ਥੋੜਾ ਵੀ ਜੋ ਮੈਂ ਕਰ ਰਿਹਾ ਵੀ ਮੈਂ ਸਹੀ ਹੀ ਕਰ ਰਿਹਾ, ਹੋ ਸਕਦਾ ਵੀ ਮੈਂ ਸ਼ੁਰੂ ਤੋਂ ਗਲਤ ਜਨੇਊ ਪਾਇਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਮਨਾ ਕੀਤਾ, ਆਵਾਜ਼ ਚੁੱਕੀ ਨਾ। ਸਭ ਤੋਂ ਪਹਿਲਾਂ ਮੂਰਤੀ ਪੂਜਾ ਸੀ, ਭਗਤ ਕਬੀਰ ਸਾਹਿਬ ਵਰਗਿਆਂ ਨੇ ਆਵਾਜ਼ ਚੁੱਕੀ। ਉਹ ਕਹਿੰਦੇ ਹੋਣੇ ਵੀ ਇਹ ਬੰਦਾ ਏਜੰਸੀਆਂ ਦਾ ਬੰਦਾ ਹੈ, ਇਹ ਮੁਸਲਮਾਨਾਂ ਨੇ ਸਾਡੇ ਵਿੱਚ ਲਿਆਂਦਾ, ਐ ਕਰਕੇ ਕਹਿੰਦੇ ਹੋਣਗੇ ਅਗਲੇ। ਇੱਥੇ ਵੀ ਕਹਿੰਦੇ ਆ ਵੀ ਇਹ ਗੁਰੂ ਨਾਨਕ ਸਾਹਿਬ ਹੈ ਨਾ ਜਿਹੜਾ ਅੱਧਾ ਕੋ ਭੇਖ ਹਿੰਦੂਆਂ ਵਾਲਾ ਹੈ, ਅੱਧਾ ਕੋ ਮੁਸਲਮਾਨਾਂ ਵਾਲਾ, ਤੇ ਕਹਿੰਦਾ ਵੀ ਮੈਂ ਹੱਜ ਯਾਤਰਾ ਤੇ ਜਾਣਾ। ਕਹਿੰਦੇ ਵੀ ਇਹ ਬੰਦਾ ਤੇ ਹੈਗਾ ਮਿਲਿਆ ਹੋਇਆ, ਵੀ ਚੱਲ ਕੋਈ ਗੱਲ ਨਹੀਂ, ਆਪਾਂ ਇਹਨੂੰ ਨਾਲ ਨਹੀਂ ਲੈ ਕੇ ਜਾਣਾ, ਇਹਨੂੰ ਇੱਥੇ ਹੀ ਛੱਡ ਦੇਣਾ, ਵੀ ਗੱਲਾਂ ਬਾਤਾਂ ਦੇ ਵਿੱਚ ਆਪਾਂ ਇਹਨੂੰ ਪਿੱਛੇ ਹਟਾ ਦੇਣਾ। ਜੇ ਇੱਥੇ ਸਾਡੇ ਕੋਲੋਂ ਨਾ ਹਟਿਆ ਤੇ ਅੱਗੇ ਜਾ ਕੇ ਜਿੱਥੇ ਜਹਾਜ਼ ਤੇ ਚੜ੍ਹਨਾ ਉੱਥੇ ਕਲਮਾ ਸੁਣਾਉਣਾ ਪੈਣਾ, ਤੇ ਜੇ ਕਲਮਾ ਨਾ ਆਇਆ ਤੇ ਫਿਰ ਇਹਨੂੰ ਪਿੱਛੇ ਛੱਡ ਦੇਣਗੇ ਵੀ ਆਪਾਂ ਇਹ ਮੱਕੇ ਦੀ ਯਾਤਰਾ ਤੇ ਨਹੀਂ ਜਾ ਸਕਦਾ। ਐਂ ਕਰਕੇ ਜਿਹੜੀਆਂ ਵਿਚਾਰਾਂ ਨੇ ਨਾ ਕਾਜੀ ਬਹਾਵਦੀਨ ਤੇ ਇਹਨਾਂ ਦੇ ਸਾਥੀ ਕਰ ਰਹੇ ਨੇ। ਆਓ ਅਗਲਾ ਪ੍ਰਸੰਗ ਬੜਾ ਪਿਆਰਾ ਹੈ, ਸੁਰਤੀਆਂ ਤੇ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਗੱਜ-ਵੱਜ ਕੇ ਪ੍ਰਵਾਨ ਕਰੋ। ਕੋਈ ਵੀ ਰਸਨਾ ਮਾਂਝੀ ਨਾ ਰਵੇ, ਸਾਰੇ ਲਵਾਓ ਹਾਜ਼ਰੀ ਤੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੋ ਮਸਲਤ ਕਰ ਬੋਲੇ ਬਹਿਨਾ, ਮੰਦ ਨ ਸਮਝੇ ਗੁਣ ਐਨਾ। ਜਦੋਂ ਇਹਨਾਂ ਨੇ ਆਪਸ ਦੇ ਵਿੱਚ ਵਿਚਾਰ ਕੀਤੀ ਵੀ ਇਹ ਤੇ ਮੱਕੇ ਕਾਬੇ ਜਾਣਾ ਚਾਹੁੰਦਾ ਗੁਰੂ ਨਾਨਕ ਸਾਹਿਬ, ਜਦੋਂ ਇਸਲਾਮ ਜਿਹੜੇ ਇਹ ਬੈਠੇ ਸਨ ਕਾਜੀ ਹਾਜੀ, ਇਹਨਾਂ ਨੇ ਵਿਚਾਰ ਕੀਤੀ ਵੀ ਇਹ ਤੇ ਮੱਕੇ ਤੇ ਕਾਬੇ ਜਾਣਾ ਚਾਹੁੰਦਾ, ਪਰ ਆਪਾਂ ਇਹਨੂੰ ਲੈ ਕੇ ਨਹੀਂ ਜਾਣਾ, ਵੀ ਜੇ ਉੱਥੇ ਚਲ ਗਿਆ ਤੇ ਜੇ ਇੱਥੇ ਤਰਕ ਕਰਨੋਂ ਨਹੀਂ ਹਟਦਾ ਤੇ ਉੱਥੇ ਕਿਵੇਂ ਹਟੇਗਾ। ਸੁਭਾਵਿਕ ਜੀ ਗੱਲ ਸੀ, ਇਹਨਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਉੱਥੇ ਨਹੀਂ ਜਾਣ ਦੇਣਾ। ਵੀ ਇਹ ਸਾਰਾ ਕੁਝ ਗੱਲਾਂ ਕਰਕੇ ਨਾ ਆਪਸ ਦੇ ਵਿੱਚ ਵਿਚਾਰਾਂ ਕਰਦੇ ਨੇ, ਪਰ ਕਵੀ ਜੀ ਕਹਿੰਦੇ ਨੇ ਵੀ ਇਹਨਾਂ ਮੰਦ ਬੁੱਧੀ ਵਾਲਿਆਂ ਨੂੰ ਪਤਾ ਨਹੀਂ ਵੀ ਇਹ ਤਾਂ ਆਪ ਪਰਮਾਤਮਾ ਅਕਾਲ ਪੁਰਖ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਲੁਕਾਈ ਨੂੰ ਤਾਰਨ ਵਾਸਤੇ ਆਏ ਹਨ। ਮੱਕੇ ਕੇ ਮਗਿਆ ਸੇਗ ਥਾਨਾ, ਚੜ ਜਹਾਜ਼ ਬਰ ਕਰਤ ਬਿਆਨਾ। ਕਹਿੰਦੇ ਵੀ ਮੱਕੇ ਦੇ ਕੋਲ ਇੱਕ ਸਥਾਨ ਹੈ, ਤਕਰੀਬਨ 40 ਕਿਲੋਮੀਟਰ ਦੀ ਮਤਲਬ ਕਿ ਵਿੱਥ ਤੇ ਹੈ, ਪਹਿਲਾਂ 40-50 ਕਿਲੋਮੀਟਰ ਪਹਿਲਾਂ ਹੀ ਕਹਿੰਦੇ ਵੀ ਇੱਕ ਸਥਾਨ ਹੈ ਜਿੱਥੇ ਜਹਾਜ਼ ਤੇ ਬਿਠਾ ਕੇ ਤੇ ਮੱਕੇ ਤੱਕ ਜਿਹੜਾ ਉਹ ਲਿਜਾਇਆ ਜਾਂਦਾ ਹੈ। ਤੈ ਤਬ ਕਲਮਾ ਦੇਤ ਬੜਾਈ, ਤਬ ਜਹਾਜ਼ ਬਰ ਲੇਤ ਚੜਾਈ। ਕਹਿੰਦੇ ਵੀ ਉੱਥੇ ਪਹਿਲਾਂ ਕਲਮਾ ਸੁਣੀਆਂ ਜਾਂਦੀਆਂ, ਪੜ੍ਹਾਈਆਂ ਜਾਂਦੀਆਂ। ਜਿਸ ਤਰ੍ਹਾਂ ਜਦੋਂ ਇੱਕ ਮੁਸਲਮਾਨ ਵੀਰ ਨਵਾਜ਼ ਅਦਾ ਕਰਦਾ ਹੈ ਨਾ, ਨਵਾਜ਼ ਅਦਾ ਕਰਨ ਦੀ ਪਰੰਪਰਾ ਹੈ, ਤੇ ਉੱਥੇ ਵੀ ਨਵਾਜ਼ ਦੇ ਵਿੱਚ ਵੀ ਕਲਮਾਂ ਹੀ ਪੜ੍ਹੀਆਂ ਜਾਂਦੀਆਂ। ਇਹਨਾਂ ਦਾ ਇੱਕ ਜਿਵੇਂ ਸਿੱਖ ਧਰਮ ਦਾ ਮੂਲ ਮੰਤਰ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਹੈ ਮੂਲ ਮੰਤਰ ਸਿੱਖਾਂ ਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲੀ ਲਿਖਤ ਸ਼ੁਰੂਆਤ ਇੱਥੋਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ, ਜਪਜੀ ਸਾਹਿਬ ਜੀ ਦੀ ਸ਼ੁਰੂਆਤ ਇੱਥੋਂ। ਇਹ ਹੈ ਮੂਲ ਮੰਤਰ। ਹੁਣ ਇਸੇ ਤਰ੍ਹਾਂ ਇਸਲਾਮ ਦਾ ਜਿਹੜਾ ਕਲਮਾ ਹੈ ਨਾ, ਜਿਹੜਾ ਇਹਨਾਂ ਦਾ ਮੂਲ ਮੰਤਰ ਹੈ, ਉਹਦੇ ਵਿੱਚ ਜਿਹੜਾ ਕਲਮਾ ਆ ਉਹ ਕਿਹਾ ਗਿਆ ਵੀ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁल्लाह। ਅਰਬੀ ਦਾ ਇਹ ਸਾਰੇ ਦਾ ਸਾਰਾ, ਕਿਉਂਕਿ ਕੁਰਾਨ ਸ਼ਰੀਫ ਹੈ ਨਾ ਜਿਹੜਾ ਅਰਬੀ ਦੇ ਵਿੱਚ ਲਿਖਿਆ ਹੋਇਆ, ਅਰਬ ਕੰਟਰੀਆਂ ਦੀ, ਕਿਉਂਕਿ ਉਹ ਸਾਰੇ ਦਾ ਸਾਰਾ ਹਜ਼ਰਤ ਮੁਹੰਮਦ ਸਾਹਿਬ ਦੀ ਜਿਹਦਾ ਜਨਮ ਹੈ ਉਹ ਮੱਕੇ ਦਾ ਹੈ, ਜਿੱਥੇ ਸਤਿਗੁਰੂ ਜੀ ਯਾਤਰਾ ਕਰਨ ਚੱਲੇ ਨੇ। ਹਜ਼ਰਤ ਮੁਹੰਮਦ ਸਾਹਿਬ ਨੇ ਜਿਹੜਾ ਕੁਰਾਨ ਸ਼ਰੀਫ ਹੈ ਨਾ, ਇਹਨਾਂ ਦਾ ਪਵਿੱਤਰ ਗ੍ਰੰਥ ਹੈ ਇਸਲਾਮ ਦਾ। ਹਜ਼ਰਤ ਮੁਹੰਮਦ ਸਾਹਿਬ ਨੇ ਕੁਰਾਨ ਸ਼ਰੀਫ ਦੇ ਜਿਹੜੇ ਕਲਮੇ ਨੇ, ਆਪਾਂ ਕਹਿ ਦਿੰਦੇ ਆ ਜਿਵੇਂ ਸਾਡੇ ਰਾਗ ਨੇ, ਗੁਰੂ ਗ੍ਰੰਥ ਸਾਹਿਬ 'ਚ ਸ਼ਲੋਕ ਨੇ ਹਨਾ, ਸ਼ਬਦ ਨੇ, ਇਹਨਾਂ ਦੇ ਕੁਰਾਨ ਸ਼ਰੀਫ ਦੇ ਵਿੱਚ ਜਿਹੜੇ ਉਹ ਲਿਖੇ ਹੋਏ ਨੇ, ਤਰਤੀਬ ਦਿੱਤੀ, ਉਹਨਾਂ ਨੂੰ ਕਲਮੇ ਕਹਿੰਦੇ ਨੇ। ਹਜ਼ਰਤ ਮੁਹੰਮਦ ਸਾਹਿਬ ਨੇ ਸਿਰਫ ਤੇ ਸਿਰਫ ਜ਼ੁਬਾਨੀ ਆਪਣੀ ਕੌਮ ਨੂੰ ਸਿੱਖਿਆਵਾਂ ਦਿੱਤੀਆਂ, ਉਹਨਾਂ ਨੇ ਆਪਣੇ ਹੱਥ ਦੇ ਨਾਲ ਕਲਮੇ ਨਹੀਂ ਲਿਖੇ ਚਿੱਤੇ ਰੱਖਿਆ ਜੇ। ਜਿਹੜਾ ਕੁਰਾਨ ਸ਼ਰੀਫ ਹੈ ਨਾ, ਇਹ ਹਜ਼ਰਤ ਮੁਹੰਮਦ ਸਾਹਿਬ ਦੀ ਲਿਖਤ ਨਹੀਂ ਹੈਗੀ, ਹਜ਼ਰਤ ਮੁਹੰਮਦ ਸਾਹਿਬ ਦੀ ਲਿਖਤ ਨਹੀਂ ਹੈਗੀ। ਕੁਰਾਨ ਸ਼ਰੀਫ ਇਹਨਾਂ ਦਾ ਪਵਿੱਤਰ ਗ੍ਰੰਥ ਹੈ, ਜਿਹਦੇ 'ਚ ਇਸਲਾਮ ਦੇ ਬਾਰੇ ਬਹੁਤ ਕੁਝ, ਮਰਿਆਦਾ ਦੇ ਬਾਰੇ, ਜਿਹੜਾ ਉਹ ਰੱਬ ਦੇ ਬਾਰੇ, ਅੱਲਾਹ ਤਾਲਾ ਦੇ ਬਾਰੇ ਲਿਖਿਆ ਹੈ। ਪਰ ਚੇਤੇ ਰੱਖਿਓ ਜੇ ਹਜ਼ਰਤ ਮੁਹੰਮਦ ਸਾਹਿਬ ਨੇ ਜਿਹੜਾ ਇਹਨਾਂ ਦਾ ਰਹਿਬਰ ਆ ਇਸਲਾਮ ਦਾ, ਸਭ ਤੋਂ ਪਹਿਲਾਂ ਜਿਹਨੂੰ ਕਹਿੰਦੇ ਨੇ ਹਜ਼ਰਤ ਮੁਹੰਮਦ ਸਾਹਿਬ, ਉਹਨੇ ਕੁਰਾਨ ਸ਼ਰੀਫ ਆਪ ਨਹੀਂ ਲਿਖਿਆ। ਜਿਵੇਂ ਆਪਣਾ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ, ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਗੁਰੂ ਸਾਹਿਬਾਨਾਂ ਨੇ ਆਪ ਲਿਖਿਆ,
ਭਗਤ ਸਾਹਿਬਾਨਾਂ ਦੀ ਬਾਣੀ ਹੈ। ਇਹ ਹਜ਼ਰਤ ਮੁਹੰਮਦ ਸਾਹਿਬ ਤੋਂ ਬਹੁਤ ਸਮਾਂ ਬਾਅਦ ਇਹਨਾਂ ਦੇ ਪੈਰੋਕਾਰਾਂ ਨੇ ਇਹ ਜਿਹੜੇ ਕਲਮੇ ਨੇ ਜਿਹੜੇ ਨੇ ਇਹ ਲਿਖੇ ਨੇ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਕਹਿੰਦੇ ਨੇ ਵੀ ਜਦੋਂ ਜਾਣਾ ਆ ਉੱਥੇ ਜਹਾਜ਼ ਤੇ ਚੜ੍ਹਨਾ ਤੇ ਕਹਿੰਦੇ ਕਲਮੇ ਸੁਣੇ ਜਾਣੇ ਆ ਇਹਨਾਂ ਦੇ ਕੁਰਾਨ ਸ਼ਰੀਫ ਦੇ, ਤੇ ਜਿਹਨੂੰ ਤੇ ਉਹ ਕਲਮੇ ਆਉਂਦੇ ਆ, ਜਿਹਨੂੰ ਤੇ ਉਹ ਕੁਰਾਨ ਸ਼ਰੀਫ ਦੇ ਬਾਰੇ ਪਤਾ ਹੈ, ਉਹਨੂੰ ਤੇ ਜਹਾਜ਼ ਤੇ ਚੜਾ ਲੈਂਦੇ ਆ, ਤੇ ਜਿਹਨੂੰ ਨਹੀਂ ਆਉਂਦਾ ਤੇ ਉਹਨੂੰ ਉੱਥੇ ਜਿਹੜਾ ਉਹ ਪਿੱਛੇ ਉੱਥੇ ਹੀ ਛੱਡ ਦਿੰਦੇ ਨੇ ਵੀ ਅੱਗੇ ਮੱਕੇ ਦੇ ਵਿੱਚ ਜਾਣ ਦੀ ਉਹਨੂੰ ਇਜਾਜ਼ਤ ਨਹੀਂ ਹੈ। ਹਿੰਦੂ ਨਾ ਕਲਮਾ ਕਰਤੀ ਉਚਾਰਾ ਜਾਤੇ ਹਮ ਤੇ ਜਾਹੁ ਨਿਰਾਰਾ। ਕਹਿੰਦੇ ਵੀ ਜਿਹੜਾ ਹਿੰਦੂ ਹੈ ਨਾ, ਹਿੰਦੂ ਉਹਦੇ ਵਾਸਤੇ ਕਲਮਾ ਪੜਨਾ ਪਾਪ ਹੈ। ਆ ਵੀ ਸੁਣਿਓ, ਹਿੰਦੂ ਧਰਮ ਦੇ ਵਿੱਚ ਗ੍ਰੰਥਾਂ ਦੇ ਵਿੱਚ ਲਿਖਿਆ ਵੀ ਜਿਹੜਾ ਹਿੰਦੂ ਹੈ, ਹਿੰਦੂ ਸਨਾਤਨ ਧਰਮ, ਵੀ ਹਿੰਦੂ ਕਦੇ ਵੀ ਕਲਮਾ ਨਹੀਂ ਪੜੇਗਾ। ਜਿਵੇਂ ਮੈਂ ਪੜ੍ਹਤਾ ਨਾ ਇਸ ਤਰ੍ਹਾਂ ਵੀ ਜਿਹੜਾ ਇਹਨਾਂ ਦਾ ਮੂਲ ਮੰਤਰ ਹੈ ਲਾ ਇਲਾ ਲੱਲਾ ਮੁਹੰਮਦ ਰਸੂਲ ਅੱਲਾਹ, ਇਹ ਮੈਂ ਪੜ੍ਹਤਾ, ਹਿੰਦੂ ਨਹੀਂ ਪੜੇਗਾ। ਜਿਹੜਾ ਕੱਟੜ ਹਿੰਦੂ ਜਿਹੜਾ ਪੰਡਤ ਹੈ ਉਹ ਨਹੀਂ ਪੜੇਗਾ ਨਾ, ਬਿਲਕੁਲ ਨਹੀਂ। ਇਹ ਕਹਿੰਦੇ ਵੀ ਜੇ ਇੱਕ ਹਿੰਦੂ ਨੇ ਕਲਮਾ ਪੜ੍ਹਤਾ ਨਾ, ਸਮਝ ਲਓ ਵੀ ਪਾਪ ਹੋ ਗਿਆ ਉਹਦੇ ਕੋਲੋਂ। ਇੰਨੀ ਹੁਣ ਤੁਸੀਂ ਨਫ਼ਰਤ ਕਹਿ ਲਓ ਜਾਂ ਵੰਡ ਕਹਿ ਲਓ ਜਾਂ ਇੰਨਾ ਇੱਕ ਦੂਜੇ ਨੂੰ ਮਤਲਬ ਕਿ ਸਮਝਦੇ ਆ। ਕਹਿੰਦੇ ਵੀ ਜਿਹੜਾ ਹਿੰਦੂ ਹੈ, ਜਿਹੜਾ ਪੱਕਾ ਹਿੰਦੂ ਹੈ ਨਾ, ਉਹ ਕਲਮਾ ਨਹੀਂ ਸੁਣਾਉਂਦਾ ਤੇ ਨਾ ਹੀ ਪੜ੍ਹਦਾ ਹੈ। ਕਹਿੰਦੇ ਇਸ ਕਰਕੇ ਜੇ ਇਹ ਪੱਕਾ ਹਿੰਦੂ ਹੋਇਆ ਤੇ ਇਹਨੇ ਤੇ ਕਲਮਾ ਪੜ੍ਹਨਾ ਨਹੀਂ ਉੱਥੇ। ਗੁਰੂ ਨਾਨਕ ਸਾਹਿਬ ਬਾਰੇ ਕਹਿੰਦੇ ਨੇ ਤੇ ਕਹਿੰਦੇ ਵੀ ਇਹਨਾਂ ਨੂੰ ਤੇ ਫਿਰ ਉੱਥੇ ਜਹਾਜ਼ ਤੇ ਚੜਾਇਆ ਨਹੀਂ ਜਾਣਾ ਤੇ ਇਹਨਾਂ ਨੂੰ ਉੱਥੇ ਹੀ ਛੱਡ ਦੇਣਾ ਹੈ। ਸੁਨ ਕਰ ਸ਼੍ਰੀ ਮੁਖ ਸੋ ਮੁਸਕਾਨੇ 300 ਐਸੇ ਬਚਨ ਬਖਾਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਜਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਮਾਲਕ ਜੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਕਹਿਣ ਲੱਗੇ, ਮੁਸਕਰਾਏ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਸਮਝਾਉਣ ਲੱਗੇ ਹਨ। ਜਨਮਿਓ ਜਬ ਕੋ ਸੰਗ ਨ ਆਇਓ ਮਰਨੇ ਕਾਲ ਨ ਸੰਗ ਸਿਧਾਇਓ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਜਗਤ ਦੀ ਸਚਾਈ ਹੈ, ਜਗਤ ਦੀ ਸਚਾਈ ਹੈ। ਮਾਲਕ ਜੀ ਕਹਿੰਦੇ ਜਦੋਂ ਇਨਸਾਨ ਜਨਮ ਲੈਂਦਾ ਤੇ ਕੱਲਾ ਆਉਂਦਾ, ਤੇ ਜਦੋਂ ਇਨਸਾਨ ਇਸ ਸੰਸਾਰ ਦੇ ਵਿੱਚੋਂ ਜਾਂਦਾ ਹੈ ਤੇ ਜਾਂਦਾ ਵੀ ਇਕੱਲਾ ਹੈ, ਨਾ ਇਹਦੇ ਨਾਲ ਕੋਈ ਆਉਂਦਾ ਹੈ ਤੇ ਨਾ ਹੀ ਇਸ ਸੰਸਾਰ ਦੇ ਵਿੱਚੋਂ ਇਹਦੇ ਨਾਲ ਕੋਈ ਜਿਹੜਾ ਉਹ ਜਾਂਦਾ ਹੈ। ਆਏ ਅਕੇਲਾ ਜਾਤ ਅਕੇਲਾ ਜੋ ਸਮਝੇ ਮਨ ਹੋਤ ਸੁਹੇਲਾ। ਕਹਿੰਦੇ ਵੀ ਆਉਂਦਾ ਵੀ ਇਕੱਲਾ ਹੀ ਹੈ ਤੇ ਜਾਂਦਾ ਵੀ ਇਕੱਲਾ ਹੈ, ਪਰ ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਹੈ ਨਾ, ਕਹਿੰਦੇ ਉਹਦਾ ਜੀਵਨ ਸੌਖਾ ਹੈ। ਅਸੀਂ ਇਸ ਗੱਲ ਨੂੰ ਸਮਝੇ ਨਹੀਂ। ਅਸੀਂ ਤੇ ਪਦਾਰਥਵਾਦੀ ਬਣੇ ਹੋਏ ਆ। ਅਸੀਂ ਤੇ ਆ ਵੀ ਇਕੱਠਾ ਕਰ ਲਓ, ਆ ਵੀ ਇਕੱਠਾ ਕਰ ਲਓ, ਮੈਂ ਇਹਦੇ ਨਾਲ ਵੀ ਜਾਣ ਪਛਾਣ ਬਣਾ ਲਾਂ, ਇਹਨੂੰ ਵੀ ਆਪਣੇ ਨਾਲ ਜੋੜ ਲਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਹੈ ਨਾ, ਕੋਈ ਜਾਣੈ ਕਵਣ ਇਹਾਂ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ ਰਹਾਓ। ਕਿਸੇ ਬਿਰਲੇ ਨੂੰ ਸਮਝ ਆਉਂਦੀ ਵੀ ਮੇਰਾ ਸੱਚਾ ਮਿੱਤਰ ਕੌਣ ਹੈ। ਮਾਤ ਪਿਤਾ ਭਾਈ ਸੁਤ ਬੰਤਾ ਇਸ਼ਟ ਮੀਤ ਅਰ ਭਾਈ। ਸਤਿਗੁਰੂ ਜੀ ਨੇ ਬਚਨ ਕਹੇ। ਮਾਲਕ ਜੀ ਕਹਿੰਦੇ ਸਾਰੇ ਦੇ ਸਾਰੇ ਨੇ ਨਾ, ਮਾਤ ਪਿਤਾ ਬਣਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ। ਪੂਰਵ ਜਨਮ ਕੇ ਮੇਰੇ ਸੰਜੋਗੀ ਅੰਤ ਹੈ ਕੋ ਨਾ ਸਾਈ। ਕਿਸੇ ਨੇ ਅੰਤ ਸਮੇਂ ਕਿਸੇ ਨੇ ਸਹਾਇਤਾ ਨਹੀਂ ਕਰਨੀ। ਮਾਲਕ ਜੀ ਕਹਿੰਦੇ ਆਉਂਦਾ ਵੀ ਜਾਂਦਾ ਇਕੱਲਾ ਹੈ ਤੇ ਜਾਂਦਾ ਵੀ ਇਕੱਲਾ ਹੈ। ਕੋਈ ਵੀ ਕਿਸੇ ਦੇ ਨਾਲ ਜਿਹੜਾ ਉਹ ਨਹੀਂ ਜਾਂਦਾ। ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਉਹਦਾ ਜੀਵਨ ਸਫਲ ਹੈ, ਉਹਦਾ ਜੀਵਨ ਸੌਖਾ ਰਹਿੰਦਾ ਹੈ। ਸੁਨ ਕਰ ਬਸਦੇ ਰਹਿਨ ਬਿਤਾਈ ਬੋਰੋ ਜਬ ਬਰਬਾਦ ਹੈ ਆਈ। ਕਹਿੰਦੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ। ਇੱਕ ਰਾਤ ਹੋਰ ਗੁਜਰੀ ਇੱਥੇ, ਇੱਕ ਰਾਤ ਪਹਿਲਾਂ ਗੁਜ਼ਰ ਚੁੱਕੀ ਹੈ, ਇੱਕ ਰਾਤ ਹੋਰ ਗੁਜਰੀ ਇੱਥੇ ਤਿਆਰੀ ਕਰਦਿਆਂ ਹੋਇਆ। ਤੇ ਕਹਿੰਦੇ ਅਗਲਾ ਦਿਨ ਜਿਹੜਾ ਜਦੋਂ ਚੜਿਆ ਹੈ, ਉੱਠ ਕਰ ਹਾਜੀ ਪੰਥ ਸਿਧਾਰੇ ਆਪਨ ਸਾਤੇ ਪ੍ਰਭ ਹਟਕਾਰੇ। ਕਹਿੰਦੇ ਵੀ ਜਿਹੜੇ ਕਾਜੀ ਸਨ ਉਹ ਤੇ ਤੁਰ ਪਏ ਆਪਦੇ ਤਿਆਰੀ ਕਰਕੇ, ਤੇ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਭਾਈ ਮਰਦਾਨੇ ਜੀ ਕਹਿੰਦੇ ਤੁਹਾਨੂੰ ਨਹੀਂ ਨਾਲ ਲੈ ਕੇ ਜਾਣਾ, ਵੀ ਤੁਸੀਂ ਉੱਥੇ ਰੋਲਾ ਪਾਓਗੇ, ਵੀ ਤੁਹਾਡੀਆਂ ਗੱਲਾਂ ਦੇ ਵਿੱਚ ਇਉਂ ਕਹਿ ਲਓ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਕਾਜੀ ਬਹਾਵਦੀਨ ਨੂੰ ਪਤਾ ਲੱਗ ਗਿਆ ਵੀ ਇਹ ਤਰਕ ਬੜਾ ਇਹਦੇ ਕੋਲ ਵੱਡਾ, ਇਹਦੇ ਕੋਲ ਗਿਆਨ ਬੜਾ, ਸਮਝ ਬੜੀ ਹੈ। ਤੇ ਉੱਥੇ ਤੇ ਜਾ ਕੇ ਜਦੋਂ ਉੱਥੇ ਤੇ ਰੋਲਾ ਪਏਗਾ, ਜੇ ਮੈਂ ਇਹਨੂੰ ਨਾਲ ਲੈ ਗਿਆ, ਉਹ ਮੈਨੂੰ ਪੁੱਛਣਗੇ ਵੀ ਇਹਨੂੰ ਨਾਲ ਕਹਿ ਤੋਂ ਲੈ ਕੇ ਆਇਆ ਗੁਰੂ ਨਾਨਕ ਸਾਹਿਬ ਜੀ ਨੂੰ, ਵੀ ਜਿਹੜਾ ਇੱਥੇ ਹੀ ਨਹੀਂ ਹਟਦਾ ਪਿਆ ਤੇ ਉੱਥੇ ਕਿਹੜਾ ਹਟੇਗਾ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਇਹਨਾਂ ਨੇ ਵੱਖਰਾ ਕਰਨਾ ਕੀਤਾ ਹੈ। ਮਰਦਾਨੇ ਸੋ ਬਚਨ ਬਖਾਨਾ ਹਿੰਦੂ ਕੋ ਤੇ ਹੋਏ ਨਾ ਜਾਣਾ। ਤੇ ਭਾਈ ਮਰਦਾਨੇ ਜੀ ਨੂੰ ਕਹਿਤਾ, ਕਹਿੰਦੇ ਵੀ ਸਾਨੂੰ ਲੱਗਦਾ ਹੈ ਵੀ ਇਹ ਜਿਹੜਾ ਤੁਹਾਡਾ ਸਾਥੀ ਹੈ ਨਾ, ਗੁਰੂ ਨਾਨਕ ਸਾਹਿਬ ਬਾਰੇ ਕਹਿੰਦੇ ਨੇ ਸਾਨੂੰ ਲੱਗਦਾ ਵੀ ਜਿਹੜਾ ਤੁਹਾਡਾ ਸਾਥੀ ਹੈ ਇਹ ਹੈ ਹਿੰਦੂ,
ਤੇ ਹਿੰਦੂ ਵਾਸਤੇ ਮੱਕੇ ਦੀ ਯਾਤਰਾ ਬਿਲਕੁਲ ਨਹੀਂ, ਹੱਜ ਦੀ ਯਾਤਰਾ ਬਿਲਕੁਲ ਨਹੀਂ। ਅਸੀਂ ਉੱਥੇ ਨਹੀਂ ਇਹਨੂੰ ਨਾਲ ਲੈ ਕੇ ਜਾਣਾ ਤੇ ਨਾ ਹੀ ਇਹਦੇ ਵਾਸਤੇ ਜਾਣਾ ਜਿਹੜਾ ਉੱਥੇ ਠੀਕ ਹੈ। ਮੱਕੇ ਦੇਖਣ ਮੈਂ ਪ੍ਰਤੀਬੰਧਾ ਕੋ ਅਬ ਕੇ ਵਿਦ ਗਮਨੋ ਪੰਦਾ। ਕਹਿੰਦੇ ਵੀ ਮੱਕੇ ਨੂੰ ਵੇਖਣ ਦੀ ਬੜੀ ਯਾਤਰਾ ਹੈ। ਮਨ ਦੇ ਵਿੱਚ ਜਿਹੜੀ ਹੈ ਉਹ ਭਾਈ ਮਰਦਾਨੇ ਜੀ ਦੇ ਚਾਹ ਆ ਮੱਕੇ ਪਹੁੰਚਣ ਦੀ ਵੀ ਮੈਂ ਵੀ ਮੱਕੇ ਜਾਣਾ ਹੈ। ਜਦੋਂ ਉਹਨਾਂ ਨੂੰ ਭਾਈ ਮਰਦਾਨੇ ਜੀ ਦੇ ਮਨ ਦੇ ਵਿੱਚ ਚਾਹੇ ਵੀ ਮੈਂ ਮੱਕੇ ਜਾਣਾ, ਪਰ ਉਹਨਾਂ ਨੇ ਉੱਥੇ ਜਿਹੜਾ ਉਹ ਰੋਕ ਦਿੱਤਾ ਹੈ। ਉਤੇ ਤੁਰਕ ਸੇ ਪੰਥ ਪਧਾਰੇ ਸੁਨ ਮਰਦਾਨੇ ਬੈਨ ਉਚਾਰੇ। ਭਾਈ ਮਰਦਾਨੇ ਦੇ ਮਨ 'ਚ ਚਾਹ ਸੀ ਤੇ ਜਿਹੜੇ ਕਾਜੀ ਸਨ ਉਹ ਤੇ ਤੁਰ ਗਏ ਭਾਈ, ਤੇ ਭਾਈ ਮਰਦਾਨਾ ਜੀ ਹੁਣ ਗੁਰੂ ਨਾਨਕ ਸਾਹਿਬ ਨੂੰ ਥੋੜਾ ਛੱਡ ਕੇ ਜਾਣਗੇ। ਤੇ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ, ਕਹਿਣ ਲੱਗੇ ਹਨ, ਤੀਨ ਲੋਕ ਕੇ ਬਿਖੈ ਨ ਕੋਈ ਰਾਵਰ ਕੋ ਬਰਜੈ ਮਗ ਜੋਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਕੋਈ ਵੀ ਐਡੀ ਤਾਕਤ ਨਹੀਂ ਰੱਖਦਾ ਜਿਹੜਾ ਤੁਹਾਨੂੰ ਰੋਕ ਸਕੇ, ਤੁਹਾਡੇ ਰਸਤੇ ਦੇ ਵਿੱਚ ਰੁਕਾਵਟ ਬਣ ਸਕੇ। ਮਾਲਕ ਜੀ ਤੁਸੀਂ ਤੇ ਆਜ਼ਾਦ ਜੇ, ਜਿੱਥੇ ਜਾਓ ਜਿੱਥੇ ਚਾਹੋ ਉੱਥੇ ਜਾ ਸਕਦੇ ਹੋ। ਇਸ ਕਰਕੇ ਸਤਿਗੁਰੂ ਮੇਰੀ ਭਾਵਨਾ ਆ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਆਪਾਂ ਹੱਜ ਯਾਤਰਾ ਜਾਣਾ, ਮੱਕੇ ਜਾਣਾ, ਮੱਕਾ ਵੇਖ ਕੇ ਆਉਣਾ, ਵੀ ਉਤਰਾ ਪਤਾ ਨਹੀਂ ਮੇਰੇ ਕੋਲ ਜਾ ਹੋਣਾ ਕਿ ਨਹੀਂ, ਵੀ ਤੁਹਾਡੇ ਬਹਾਨੇ ਨਾਲ ਸਤਿਗੁਰੂ ਮੈਂ ਵੀ ਵੇਖ ਆਵਾਂਗਾ। ਪਰ ਸਤਿਗੁਰੂ ਇਹਨਾਂ ਨੇ ਆਪਾਂ ਨੂੰ ਕਰ ਦਿੱਤਾ ਵੱਖਰਾ। ਤੇ ਹੁਣ ਕਿਰਪਾ ਕਰਕੇ ਨਾ ਤੁਸੀਂ ਕੋਈ ਨਾ ਕੋਈ ਤਰੀਕਾ ਵਰਤੋ ਵੀ ਆਪਾਂ ਮੱਕੇ ਜਿਹੜਾ ਏ ਉਹ ਜ਼ਰੂਰ ਜਾਣਾ ਹੈ। ਤੁਰਕ ਜੇ ਬਬਰੇ ਕੌਣ ਅਗਾਰੀ ਤੁਮਰੇ ਸਨਮੁਖ ਹੈ ਬਲ ਧਾਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਨੇ, ਜਿਹੜੇ ਮੁਸਲਮਾਨ ਨੇ, ਸਤਿਗੁਰੂ ਇਹਨਾਂ ਦੇ ਅੱਗੇ ਤੁਹਾਡੇ ਅੱਗੇ ਕੀ ਨੇ, ਕਿੰਨੀ ਕੁ ਤਾਕਤ ਹੈ ਇਹਨਾਂ ਦੇ ਵਿੱਚ। ਸਤਿਗੁਰੂ ਇਹ ਤੁਹਾਨੂੰ ਨਹੀਂ ਰੋਕ ਸਕਦੇ ਹਨ। ਕਿਰਪਾ ਧਾਰ ਮੁਝ ਦੇਹ ਦਿਖਾਈ ਨੇ ਬਿਲਾਓ ਕੀ ਜੈ ਜਗ ਸਾਈ। ਤੇ ਸਤਿਗੁਰੂ ਕਿਰਪਾ ਕਰਕੇ ਮੈਂ ਚਾਹੁੰਦਾ ਵਾਂ ਵੀ ਮੈਂ ਜਾਵਾਂ ਮੱਕੇ, ਮੈਂ ਕਾਬੇ ਜਾਣਾ ਚਾਹੁੰਦਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਾਂ ਉਹਨਾਂ ਨੂੰ ਸੱਚ ਦੱਸਣਾ ਹੈ। ਵੇਖੋ ਇੱਥੇ ਮੈਂ ਬੇਨਤੀ ਕਰਦਿਆਂ, ਇਹ ਨਹੀਂ ਵੀ ਸਿੱਖ ਜਿਹੜਾ ਆ ਉਹ ਮੰਦਰ ਨਹੀਂ ਜਾ ਸਕਦਾ, ਇਹ ਨਹੀਂ ਵੀ ਸਿੱਖ ਮਸੀਤ ਨਹੀਂ ਜਾ ਸਕਦਾ। ਸਿੱਖ ਮਸੀਤ ਦੇ ਵਿੱਚ ਵੀ ਜਾ ਸਕਦਾ ਹੈ, ਸਿੱਖ ਮੰਦਰ ਦੇ ਵਿੱਚ ਵੀ ਜਾ ਸਕਦਾ ਹੈ, ਪਰ ਜਾਣ ਜਾਣ ਕੇ ਫਰਕ ਹੈ। ਇੱਕ ਹੈ ਮੰਦਰ ਦੇ ਵਿੱਚ ਮੱਥਾ ਟੇਕਣ ਗਿਆ ਤੇ ਇੱਕ ਹੈ ਦੱਸਣ ਗਿਆ। ਹੁਣ ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਮੰਦਰ ਵੀ ਗਏ, ਸਤਿਗੁਰੂ ਹਰਿਦੁਆਰ ਵੀ ਗਏ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜਾਣ ਦਾ ਇੱਕ ਕਾਰਨ ਹੈ, ਇੱਕ ਟੀਚਾ ਲੈ ਕੇ ਗਏ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ। ਉੱਥੇ ਜਾ ਕੇ ਸਮਝਾਇਆ ਹੈ, ਦੱਸਿਆ ਹੈ ਉਹਨਾਂ ਨੂੰ ਵੀ ਤੁਸੀਂ ਭਾਈ ਆ ਕੰਮ ਜਿਹੜਾ ਕਰਦੇ ਪਏ ਜੇ ਨਾ ਗਲਤ ਹੈ। ਹੁਣ ਵੇਖੋ ਆਪਾਂ ਜਦੋਂ ਸੁਲਤਾਨਪੁਰ ਦੀ ਘਟਨਾ ਪੜ੍ਹਦੇ ਆ, ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਨਵਾਬ ਦੌਲਤ ਖਾਂ ਨੇ ਕਿਹਾ ਵੀ ਆਓ ਸਾਡੇ ਨਾਲ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰੋ, ਸਤਿਗੁਰੂ ਗਏ ਮਸਜਿਦੀ, ਸਾਰੇ ਪਾਸੇ ਰੌਲਾ ਪੈ ਗਿਆ, ਇਕੱਠੇ ਹੋ ਗਏ ਵੀ ਅੱਜ ਗੁਰੂ ਨਾਨਕ ਸਾਹਿਬ ਮੁਸਲਮਾਨ ਬਣ ਜਾਣਗੇ। ਉਹ ਤੇ ਮਸਜਿਦ ਚਲੇ ਗਏ। ਹੁਣ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਨਵਾਬ ਦੌਲਤ ਖਾਂ ਨੂੰ ਇਹ ਗੱਲ ਕਹੀ ਵੀ ਨਵਾਬ ਦੌਲਤ ਖਾਂ ਐਵੇਂ ਪਖੰਡ ਕਰ ਰਿਹਾ ਸੈਂ, ਕੇਵਲ ਤੇ ਕੇਵਲ ਸਰੀਰ ਦੇ ਦੁਆਰਾ ਤੇਰਾ ਕਰਮ ਹੋ ਰਿਹਾ ਸੀ, ਮਨ ਤੇਰਾ ਨਹੀਂ ਸੀ ਹਾਜ਼ਰੇਗਾ। ਕਿਹਾ ਨਾ ਆਪਾਂ ਪਿੱਛੇ ਪੜ੍ਹਿਆ ਇਤਿਹਾਸ, ਕਿੱਡੀ ਵੱਡੀ ਗੱਲ ਸੀ। ਉਹਦੀਆਂ ਅੱਖਾਂ ਨਵਾਬ ਦੌਲਤ ਖਾਂ ਦੀਆਂ ਖੋਲਤੀਆਂ ਵੀ ਵਾਕਿਆ ਹੀ ਮੇਰਾ ਮਨ ਤੇ ਕਾਬਲ ਦੇ ਵਿੱਚ ਪਹੁੰਚਿਆ ਹੋਇਆ ਸੀ। ਜਦੋਂ ਉੱਥੇ ਕਾਜੀ ਸੀ, ਕਾਜੀ ਨੂੰ ਕਿਹਾ ਵੀ ਤੇਰੇ ਘਰੇ ਘੋੜੀ ਸੂਈ ਹੈ ਤੇ ਉਹਦਾ ਵਛੇਰਾ ਖੁੱਲੇ ਹੋਇਆ, ਕਿਉਂ ਵੀ ਕਾਜੀ ਸਾਹਿਬ ਦੱਸੋ, ਮਨ ਨਹੀਂ ਸੀ ਘਰ ਦੇ ਵਿੱਚ ਵੀ ਕਿਧਰੇ ਉਹ ਖੂਹੀ ਦੇ ਵਿੱਚ ਨਾ ਡਿੱਗ ਪਏ। ਕਹਿੰਦਾ ਸਤਿਗੁਰੂ ਤੁਸੀਂ ਠੀਕ ਕਹਿੰਦੇ ਜੇ, ਮਾਲਕ ਨਹੀਂ ਕਹਿੰਦੇ ਨੇ ਜੇ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ, ਬੰਦਗੀ ਕਰਨ ਵਾਸਤੇ ਮਸਜਿਦ ਵੀ ਮਾੜੀ ਨਹੀਂ, ਬੰਦਗੀ ਕਰਨ ਵਾਸਤੇ ਮੰਦਿਰ ਵੀ ਮਾੜਾ ਨਹੀਂ, ਬੰਦਗੀ ਕਰਨ ਵਾਸਤੇ ਗੁਰਦੁਆਰਾ ਵੀ ਮਾੜਾ ਨਹੀਂ, ਬੰਦਗੀ ਕਰਨ ਵਾਸਤੇ ਕੋਈ ਜਗ੍ਹਾ ਮੈਂ ਕਹਿੰਦਾ ਮੰਦਿਰ ਗੁਰਦੁਆਰਾ ਮਸਜਿਦ ਕੁਝ ਵੀ ਨਾ ਹੋਵੇ, ਬੰਦਾ ਆਪਣੇ ਘਰੇ ਬੈਠਾ ਹੈ, ਬੰਦਗੀ ਉੱਥੇ ਵੀ ਹੋ ਸਕਦੀ, ਪਰ ਮਨ ਦੀ ਇਕਾਗਰਤਾ ਬੜੀ ਜ਼ਰੂਰੀ ਜੀ। ਇਹ ਨਾ ਹੋਵੇ ਵੀ ਬੈਠੇ ਗੁਰਦੁਆਰਿਆਂ ਤੇ ਮਨ ਆਸੇ-ਪਾਸੇ ਘੁੰਮਦਾ ਫਿਰਦਾ ਹੈ। ਮਾਲਕ ਜੀ ਨੇ ਬਚਨ ਕਹੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਇਕਾਗਰ ਜੀ ਮਨ ਜੋੜ ਕੇ, ਭਾਵੇਂ ਕਥਾ ਸੁਣਨੀ ਹੈ ਤੇ ਮਨ ਜੋੜ ਕੇ, ਕੀਰਤਨ ਸੁਣਨਾ ਤੇ ਮਨ ਜੋੜ ਕੇ, ਪਾਠ ਕਰਨਾ ਜਾਂ ਸੁਣਨਾ ਤੇ ਮਨ ਜੋੜ ਕੇ। ਆਮ ਤੌਰ ਤੇ ਸਵਾਲ ਇਹ ਪੈਦਾ ਹੁੰਦਾ ਜੀ ਮਨ ਨਹੀਂ ਜੁੜਦਾ। ਵੇਖੋ ਮਨ ਪਹਿਲਾਂ ਤੇ ਨਹੀਂ ਜੁੜੇਗਾ, ਇਹ ਗੱਲ ਪੱਕੀ ਹੈ। ਜਦੋਂ ਘੋੜੇ ਨੂੰ ਆਪਾਂ ਸ਼ੁਰੂਆਤ ਦੇ ਵਿੱਚ ਉਹਦੀ ਸਵਾਰੀ ਤੇ ਜੋੜਨੇ ਆ ਨਾ, ਪਹਿਲਾਂ ਨਹੀਂ, ਉਹ ਪਹਿਲੀ ਵਾਰੀ ਨਹੀਂ ਬਹਿਣ ਦਿੰਦਾ ਆਪਣੇ ਉੱਪਰ, ਹੌਲੀ ਹੌਲੀ। ਜਦੋਂ ਜਿਹੜੇ ਪਿੰਡਾਂ ਦੇ ਵਿੱਚ ਸੁਣ ਰਹੇ ਨੇ
ਵੀ ਆਪਾਂ ਆਮ ਤੌਰ ਤੇ ਆਪਣੇ ਰੇੜਿਆਂ ਦੇ ਉੱਪਰ ਅੱਗੇ ਬਲਦ ਜੋੜਦੇ ਆ ਨਾ। ਹੁਣ ਪਹਿਲੇ ਦਿਨ ਥੋੜਾ ਬਲਦ ਤੁਰ ਪੈਂਦਾ ਉਵੇਂ ਰੇੜੇ ਲੈ ਕੇ, ਉਹਨੂੰ ਕਈ ਦਿਨ ਤੇ ਉਹਦੇ ਨਾਲ ਬੰਨਣਾ ਪੈਂਦਾ। ਇੱਕ ਬਲਦ ਜਾਂਦਾ ਹੈ ਨਾ ਤੇ ਉਹਦੇ ਨਾਲ ਬੰਨ ਕੇ ਖਾਲੀ ਲਿਜਾਣਾ ਪੈਂਦਾ ਵੀ ਇਹਨੂੰ ਥੋੜਾ ਮੋਟਾ ਪਤਾ ਲੱਗ ਜੇ, ਇਹਦੇ ਵੱਲੇ ਵੇਖੇ ਵੀ ਇਹਨੇ ਵੀ ਕੱਲ ਨੂੰ ਇਹੀ ਕੰਮ ਕਰਨਾ ਹੈ। ਬੱਚਾ ਪਹਿਲੇ ਦਿਨ ਲਿਖਣ ਨਹੀਂ ਲੱਗਦਾ। ਬੱਚੇ ਨੂੰ ਪਹਿਲੇ ਦਿਨ ਆਪਾਂ ਸਕੂਲ ਭੇਜਦੇ ਆ, ਥੋੜਾ ਵੀ ਪਹਿਲੇ ਦਿਨ ਹੀ ਕਾਪੀ ਭਰ ਕੇ ਲੈ ਆਉਂਦਾ। ਬੱਚਾ ਪਹਿਲੇ ਦਿਨ ਜਿੱਦਣ ਜਾਂਦਾ ਆ ਉਹਨੂੰ ਤੇ ਪੈਨਸਲ ਫੜਨੀ ਵੀ ਨਹੀਂ ਆਉਂਦੀ, ਤੇ ਕੁਝ ਵੀ ਨਹੀਂ ਆਉਂਦਾ। ਉਹਨੂੰ ਪਹਿਲਾਂ ਪੈਨਸਲ ਫੜਨੀ ਸਿਖਾਈ ਜਾਂਦੀ ਏ, ਫਿਰ ਉਹਨੂੰ ਚਿੱਤਰ ਬਣਾਏ ਸਿਖਾਏ ਜਾਂਦੇ ਨੇ, ਫਿਰ ਉਹਨੂੰ ਕੀ ਹੈ ਵੀ ਕੱਚਾ ਪਹਿਲਾਂ ਲਿਖ ਕੇ ਪੂਰਨੇ ਪਾ ਕੇ ਦਿੱਤੇ ਜਾਂਦੇ ਨੇ, ਫਿਰ ਕਈ ਸਾਲ ਤੇ ਪੈਨਸਲ ਨਾਲ ਲਿਖਦਾ। ਜਾ ਕੇ ਚੌਥੀ ਪੰਜਵੀਂ ਦੇ ਵਿੱਚ ਪੈਨ ਜਿਹੜਾ ਉਹਨੂੰ ਲਵਾਇਆ ਜਾਂਦਾ। ਹੁਣ 3 4 ਸਾਲ 5 ਸਾਲ ਤੇ ਬੱਚੇ ਨੂੰ ਲਿਖਣਾ ਹੀ ਨਹੀਂ ਆਇਆ। ਆਪਾਂ ਕਹਿੰਦੇ ਆ ਮਨ ਸਾਡਾ ਅੱਜ ਹੀ ਜੁੜ ਜੇ, ਵੀ ਅੱਜ ਹੀ ਬੈਠਾ ਅੱਜ ਹੀ ਗੱਲ ਬਣ ਜੇ। ਨਹੀਂ ਨਹੀਂ ਭਾਈ, ਜਿਹੜਾ 20 ਸਾਲ 25 ਸਾਲ ਮਨ ਦੁਨਿਆਵੀ ਧੰਦਿਆਂ ਦੇ ਵਿੱਚ ਫਸਿਆ ਰਿਹਾ, ਜਿਹੜਾ 50 ਸਾਲ ਹੋ ਗਏ ਨੇ ਮਨ ਦੁਨਿਆਵੀ ਚੱਕਰਾਂ ਦੇ ਵਿੱਚ ਫਿਰਦਾ, ਵਿਕਾਰਾਂ ਦੇ ਵਿੱਚ ਫਸਿਆ, ਤੇ ਉਹਨੂੰ ਤੂੰ ਕਵੇਂ ਨਾ ਵੀ ਮੈਂ 1-2 ਦਿਨਾਂ 'ਚ ਜੋੜ ਦਿਆਂ, ਬੜਾ ਔਖਾ ਜੇ। ਸੱਚਾਈ ਇਹ ਹੈ, ਬੜਾ ਔਖਾ ਜੇ ਮਨ ਨੂੰ ਜੋੜਨਾ। ਇਸ ਕਰਕੇ ਨਾ ਬੇਨਤੀ ਇਹ ਹੈ ਵੀ ਮਨ ਜ਼ਰੂਰ ਭਟਕੇਗਾ, ਪਰ ਇਹਨੂੰ ਮਨ ਨੂੰ ਵਾਰੀ-ਵਾਰੀ ਮੋੜਨਾ ਹੈ, ਵਾਰੀ-ਵਾਰੀ ਜੋੜਨਾ ਹੈ, ਵੀ ਧਿਆਨ ਰੱਖਣਾ ਹੈ ਸ਼ਬਦ ਦੇ ਵਿੱਚ। ਜਿਹੜਾ ਮੈਂ ਸ਼ਬਦ ਪੜ੍ਹ ਰਿਹਾ, ਜਿਹੜਾ ਮੈਂ ਸ਼ਬਦ ਸੁਣ ਰਿਹਾ, ਜਦੋਂ ਅਸੀਂ ਧਿਆਨ ਇਕਾਗਰ ਰੱਖਾਂਗੇ ਨਾ, ਮਨ ਦੌੜਦਾ ਫਿਰ ਇਸ ਪਾਸੇ ਲਿਆਓ ਵੀ ਮੈਂ ਨਹੀਂ ਮੈਂ ਇਹ ਚੀਜ਼ ਬੜੀ ਜ਼ਰੂਰੀ ਹੈ ਮੇਰੇ ਵਾਸਤੇ ਸੁਣਨੀ। ਜਦੋਂ ਧਿਆਨ ਵਾਰ-ਵਾਰ ਜੋੜਾਂਗੇ, ਫਿਰ ਜਦੋਂ ਵਾਰ-ਵਾਰ ਕਰਦਿਆਂ ਫਿਰ ਇੱਕ ਮਨ ਦੀ ਵੀ ਆਦਤ ਬਣ ਜਾਂਦੀ ਹਾਜ਼ਰ ਰਹਿਣ ਦੀ। ਮਨ ਦੀ ਵੀ ਆਦਤ, ਜਿਵੇਂ ਬੰਦੇ ਦੀ ਨਹੀਂ ਆਦਤ ਬਣ ਜਾਂਦੀ, ਫਿਰ ਹਾਜ਼ਰ ਰਹਿਣ ਦੀ ਆਦਤ ਬਣ ਜਾਂਦੀ ਹੈ। ਤੇ ਜਦੋਂ ਆਦਤ ਬਣ ਗਈ, ਸਤਿਗੁਰੂ ਜੀ ਨੇ ਬਚਨ ਕਹੇ ਮਨ ਮਾਨਿਆ ਤਾਂ ਹਰ ਜਾਣਿਆ। ਹੁਣ ਸਤਿਗੁਰੂ ਨੇ ਜਦੋਂ ਉੱਥੇ ਕਿਹਾ, ਹੁਣ ਉੱਥੇ ਸਮਝਾਇਆ ਮਸਜਿਦ ਦੇ ਵਿੱਚ ਜਾ ਕੇ, ਸਤਿਗੁਰੂ ਜੀ ਨੇ ਮੰਦਿਰ ਦੇ ਵਿੱਚ ਜਾ ਕੇ ਕਿਹਾ, ਜਗਨਨਾਥਪੁਰੀ ਮੰਦਿਰ ਦੇ ਵਿੱਚ ਕਿਹਾ, ਗਗਨ ਮੈਂ ਥਾਲ ਰਵਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਦੇਖੋ ਇਹ ਨਹੀਂ ਵੀ ਸਿੱਖ ਜਾ ਨਹੀਂ ਸਕਦਾ, ਪਰ ਸਿੱਖ ਦੇ ਜਾਣ ਦਾ ਕਾਰਨ ਕੀ ਹੈ? ਇੱਕ ਤੇ ਇਹ ਮੱਥਾ ਟੇਕਣ ਜਾਣਾ, ਉਹ ਤੇ ਹੈਗਾ ਗਲਤ। ਮੈਂ ਬੇਨਤੀ ਸਿੱਧੇ ਜਿਹੇ ਸਪਸ਼ਟ ਲਫ਼ਜ਼ਾਂ 'ਚ ਕਰ ਦਿਆਂ, ਸਿੱਖ ਮੂਰਤੀ ਪੂਜਕ ਨਹੀਂ ਹੈਗਾ, ਸਿੱਖ ਸ਼ਬਦ ਦਾ ਪੁਜਾਰੀ ਹੈ। ਜੇ ਕੋਈ ਕਹੇ ਨਾ ਵੀ ਮੈਂ ਕਿਸੇ ਪਾਸੇ ਜਾ ਕੇ ਛੜੀ ਦੇਵਤੇ ਦੀ ਪੂਜਾ ਕਰਨ ਚੱਲਿਆ, ਨਹੀਂ, ਜਿਨ੍ਹਾਂ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ ਹੈ ਭਾਈ, ਤੁਹਾਡਾ ਧਰਮ ਹੈ, ਤੁਹਾਨੂੰ ਮੁਬਾਰਕ ਹੈ, ਤੁਸੀਂ ਵੱਧ ਕਰਕੇ ਜਿੰਨੀ ਪੂਜਾ ਹੋ ਸਕਦੀ ਕਰੋ। ਸਿੱਖ ਨਹੀਂ ਕਰਦਾ। ਸਿੱਖ ਵਾਸਤੇ ਤੇ ਬਾਣੀ ਕਹਿੰਦੀ ਆ, ਇੱਕ ਹੈ ਪਾਥਰ ਕੀਜੈ ਭਾਉ, ਦੂਜਾ ਪਾਥਰ ਧਰੀਐ ਪਾਉ। ਇੱਕ ਨੂੰ ਤੇ ਮੂਰਤੀ ਬਣਾ ਕੇ ਬੈਠਾ, ਦੂਜੇ ਤੇ ਪੈਰ ਰੱਖਦਾ ਮੈਂ, ਹੈ ਤੇ ਦੋਨੋਂ ਹੀ ਪੱਥਰ। ਸਿੱਖ ਪੱਥਰ ਦਾ ਪੁਜਾਰੀ, ਮੂਰਤੀ ਦਾ ਪੁਜਾਰੀ ਨਹੀਂ। ਸਿੱਖ ਕੀ ਹੈ? ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੌਰ ਮੜੀ ਮੱਠ ਭੂਲ ਨਾ ਮੰਨੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਾਦੂ ਦੇ ਦਿਉਰੇ ਤੇ ਸਿੱਖਾਂ ਦੀ ਪ੍ਰੀਖਿਆ ਲੈਣ ਵਾਸਤੇ ਐ ਤੀਰ ਦੇ ਨਾਲ ਹੀ ਸਤਿਗੁਰੂ ਜੀ ਨੇ ਨਮਸਕਾਰ ਕਰਤੀ। ਭਾਈ ਦਇਆ ਸਿੰਘ ਹੁਣੀ, ਭਾਈ ਧਰਮ ਸਿੰਘ ਹੁਣੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੇ ਨੇ, ਸਤਿਗੁਰੂ ਇੱਥੇ ਗਲਤ ਜੇ, ਤੁਸੀਂ ਸਾਨੂੰ ਤੇ ਸਮਝਾਉਂਦੇ ਹੋ ਵੀ ਅਸੀਂ ਕਬਰਾਂ ਦੀ ਪੂਜਾ ਨਹੀਂ ਕਰਨੀ, ਸਾਨੂੰ ਤੇ ਸਮਝਾਉਂਦੇ ਹੋ ਅਸੀਂ ਜਿਹੜਾ ਆ ਉਹ ਕਿਸੇ ਪਾਸੇ ਜਾ ਕੇ ਮੱਥਾ ਨਹੀਂ ਟੇਕਣਾ। ਆ ਕੀ ਕੀਤਾ ਜੇ? ਕਿੰਨਾ ਸੁਚੇਤ ਹੈ ਖਾਲਸਾ। ਗੁਰੂ ਦੇ ਕੋਲੋਂ ਵੀ ਗੁਰੂ ਨੇ ਪ੍ਰੀਖਿਆ ਲੈਣ ਵਾਸਤੇ ਇਹ ਕੁਝ ਕੀਤਾ, ਤੇ ਗੁਰੂ ਨੂੰ ਵੀ ਅਗਲਿਆਂ ਨੇ ਕਟਾੜੇ 'ਚ ਖੜਾ ਕਰ ਲਿਆ ਵੀ ਹਾਂ ਵੀ ਗੁਰੂ ਜੀ ਇੱਥੇ ਗਲਤੀ ਕੀਤੀ। ਇੰਨਾ ਸੁਚੇਤ ਹੈ ਖਾਲਸਾ। ਸਤਿਕਾਰ ਅਸੀਂ ਸਾਰਿਆਂ ਦਾ ਕਰਦੇ ਆ, ਹਿੰਦੂਆਂ ਦਾ ਸਤਿਕਾਰ ਹੈ, ਈਸਾਈਆਂ ਦਾ, ਸਾਰਿਆਂ ਦਾ ਸਤਿਕਾਰ ਹੈ, ਆਪਣੀ ਆਪਣੀ ਥਾਂ ਤੇ ਸਾਰੇ ਠੀਕ ਨੇ। ਤੁਮਕੋ ਤੁਮਰਾ ਮੁਬਾਰਕ, ਹਮਕੋ ਹਮਰਾ ਮੁਬਾਰਕ। ਇਹ ਥੋੜਾ ਹੈ ਵੀ ਅਸੀਂ ਆਪਣਾ ਛੱਡ ਦੇਣਾ, ਆਪਣਾ ਵੀ ਤੇ ਰੱਖਣਾ ਹੈ ਨਾ, ਆਪਣੀ ਵੀ ਤੇ ਮਰਿਆਦਾ ਰੱਖਣੀ ਨਾ। ਹੁਣ ਵੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਾਣ ਲੱਗੇ ਨੇ, ਪਰ ਇੱਥੇ ਸਤਿਗੁਰੂ ਜੀ ਮੱਥਾ ਟੇਕਣ ਨਹੀਂ ਚੱਲੇ, ਇਹ ਚੇਤੇ ਰੱਖਿਆ ਜੇ। ਸਤਿਗੁਰੂ ਜੀ ਦੱਸਣ ਚੱਲੇ ਆ ਸੱਚ ਦਾ। ਹੁਣ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਨੇ, ਮਾਲਕਾ ਵੀ ਤੁਹਾਨੂੰ ਕੌਣ ਰੋਕ ਸਕਦਾ, ਤੇ ਮੇਰੇ ਮਨ ਦੀ ਭਾਵਨਾ ਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵੀ ਮੈਂ ਜਾਣਾ ਚਾਹੁੰਦਾ, ਕਿਰਪਾ ਕਰਕੇ ਮੈਨੂੰ ਜ਼ਰੂਰ ਉੱਥੇ ਤੁਸੀਂ ਲੈ ਕੇ ਜਾਵੋ। ਸੁਨ ਸ਼੍ਰੀ ਮੁਖ ਤੇ ਬਿਗਸੇ ਨਾਥਾ, ਬੋਲਤ ਬੇਮਰਦਾਨੇ ਸਾਥਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਫਿਰ ਕੀ ਜੇ ਨਾਲ ਨਹੀਂ ਲੈ ਕੇ ਗਏ? ਤੇ ਆਪਾਂ ਚੱਲਾਂਗੇ ਜ਼ਰੂਰ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਆਪਾਂ ਨੂੰ ਕੋਈ ਰੋਕ ਨਹੀਂ ਸਕਦਾ ਹੈ। ਤੁਝੇ ਬਿਲੋਕਨ ਜਾਏ ਜਰੂਰੇ, ਗਾਓ ਸ਼ਬਦ ਪ੍ਰਭ ਕੇ ਗੁਣ ਰੂਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਭਾਈ ਮਰਦਾਨਾ ਜੀ ਜੇ ਵਾਕਿਆ ਹੀ ਮਨ ਦੇ ਵਿੱਚ ਹੈਗੀ ਨਾ ਵੀ ਆਪਾਂ ਉੱਥੇ ਜਾਣਾ, ਤੇ ਕਹਿੰਦੇ ਰੱਬ ਪ੍ਰਮਾਤਮਾ ਅਕਾਲ ਪੁਰਖ ਦੇ ਸ਼ਬਦ ਨੂੰ ਗਾ, ਤੇਰੇ ਕੋਲ ਗੁਣ ਹੈ,
ਤੂੰ ਰਬਾਬ ਵਜਾ ਸਕਦਾ, ਤੂੰ ਗਾ ਸਕਦਾ। ਆਪਾਂ ਪਰਮਾਤਮਾ ਅਕਾਲ ਪੁਰਖ ਦੀ ਸਿਫਤ ਤੇ ਸਲਾਹ ਜਿਹੜੀ ਉਹ ਕਰਦੇ ਹਾਂ। ਕਰਤ ਸਭਨ ਕੀ ਆਛਾ ਪੂਰਨ, ਲੈ ਰਬਾਬ ਗਾਵੋ ਅਬ ਤੂਰਨ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਹੁਕਮ ਦੇ ਨਾਲ ਭਾਈ ਮਰਦਾਨਾ ਜੀ ਨੇ ਰਬਾਬ ਵਜਾਇਆ। ਜਦੋਂ ਵਜਾਇਆ ਨਾ ਰਬਾਬ ਭਾਈ ਮਰਦਾਨਾ ਜੀ ਨੇ, ਜਿੰਨੇ ਦੇ ਜਿੰਨੇ ਕਾਜੀ ਤੁਰੇ ਜਾਂਦੇ ਸਨ ਸਾਰਿਆਂ ਦੇ ਕਦਮ ਰੁਕ ਗਏ, ਸਾਰਿਆਂ ਦੇ ਕਦਮ ਰੁਕ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਗਾ ਰਹੇ ਨੇ, ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਨੇ, ਸਾਰੇ ਦੇ ਸਾਰੇ ਵਾਪਸ ਆ ਗਏ ਉੱਤੇ। ਸਤਿਗੁਰੂ ਦੇ ਕੋਲੋਂ ਸ਼ਬਦ ਸੁਣਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਅਕਾਲ ਪੁਰਖ ਦੀ ਸਿਫਤ ਤੇ ਸਲਾਹ ਕੀਤੀ ਹੈ। ਸੁਨ ਹਰਖਿਓ ਹਿਰਦੈ ਮਰਦਾਨਾ, ਜੰਤਰ ਬਜਾਏ ਕੀਨ ਮੁਖ ਗਾਨਾ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਨੂੰ ਗਾਇਆ। ਭਾਈ ਮਰਦਾਨਾ ਸਾਹਿਬ, ਜਦੋਂ ਭਾਈ ਮਰਦਾਨਾ ਜੀ ਨੇ ਵੇਖਿਆ ਵੀ ਸਾਰੇ ਦੇ ਸਾਰੇ ਮੁੜ ਆਏ, ਭਾਈ ਮਰਦਾਨਾ ਜੀ ਵੀ ਬੜੇ ਖੁਸ਼ ਨੇ। ਹੁਣ ਸ਼ਬਦ ਗਾਉਂਦੇ ਹੋਏ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਨੇ। ਤੇ ਇਸੇ ਤਰ੍ਹਾਂ ਜਿਹੜੇ ਨੇ ਉਹ ਹੁਣ ਮੱਕੇ ਦੀ ਯਾਤਰਾ ਜਾਂ ਮੱਕੇ ਦੇ ਪੰਧ ਜਿਹੜਾ ਉਹ ਸਫ਼ਰ ਜਿਹੜਾ ਉਹ ਤੈਅ ਕਰ ਰਹੇ ਹਨ। ਪ੍ਰੇਮ ਸੰਗ ਸੁਰ ਰਾਗ ਬਸਾਇਓ, ਰੀਜ ਰੀਜ ਉੱਚੀ ਧੁਨ ਗਾਇਓ। ਭਾਈ ਮਰਦਾਨਾ ਜੀ ਜਿਹੜੇ ਨੇ ਉਹ ਆਪ ਵੀ ਨਾਲ ਹਾਜ਼ਰੀ ਭਰਦੇ ਨੇ, ਇਕੱਲੇ ਵਜਾਉਂਦੇ ਨਹੀਂ, ਨਾਲ ਗੁਰੂ ਨਾਨਕ ਸਾਹਿਬ ਜੀ ਨਾਲ ਆਵਾਜ਼ ਵੀ ਲਾਉਂਦੇ ਆ। ਕਹਿੰਦੇ ਇਸੇ ਤਰ੍ਹਾਂ ਸ਼ਬਦ ਗਾਉਂਦਿਆਂ ਹੋਇਆਂ ਹੁਣ ਵੇਖੋ ਗੁਰੂ ਨਾਨਕ ਸਾਹਿਬ ਜੀ ਜਿਹੜੇ ਨੇ ਉਹ ਤੇ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਜਿਹੜਾ ਆਪਾਂ ਸ਼ੁਰੂ ਤੋਂ ਪੜ੍ਹਦੇ ਆਉਣੇ ਆ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਆਪ ਅਕਾਲ ਪੁਰਖ ਹੈ, ਤੇ ਕਲਮਾ ਉਹਨਾਂ ਅੱਗੇ ਕੀ ਹੈ। ਔਰ ਗੁਰੂ ਨਾਨਕ ਸਾਹਿਬ ਜੀ ਤੇ ਰਾਏ ਬੁਲਾਰ ਦੇ ਬੜੇ ਨਜ਼ਦੀਕ ਨੇ। ਰਾਏ ਬੁਲਾਰ ਜਿਹੜਾ ਆ ਉਹ ਇਸਲਾਮ ਨੂੰ ਦੇ ਨਾਲ ਸੰਬੰਧਿਤ ਹੈ, ਸੰਬੰਧ ਰੱਖਦਾ ਰਾਏ ਬੁਲਾਰ। ਹੁਣ ਉਹਨਾਂ ਸਮਿਆਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜਿੱਥੇ ਪਾਂਧੇ ਦੇ ਕੋਲ ਪੜ੍ਹੇ, ਪਾਂਧੇ ਦੇ ਕੋਲ, ਉੱਥੇ ਮੌਲਵੀ ਦੇ ਕੋਲ, ਕੁਤਬਦੀਨ ਦੇ ਕੋਲ ਵੀ ਪੜ੍ਹਦੇ ਰਹੇ। ਗੁਰੂ ਨਾਨਕ ਸਾਹਿਬ ਜੀ ਨੂੰ ਇਸਲਾਮ ਦੇ ਬਾਰੇ ਜਾਣਕਾਰੀ ਹੈ ਪੂਰੀ। ਔਰ ਇਹਦੀ ਜਿਹੜੀ ਉਦਾਹਰਣ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਅਰਬੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮਾਲਕ ਨੇ ਬਚਨ ਕਹੇ, ਯਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੈਬ ਪਰਵਰਦਗਾਰ, ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ, ਮਮਸਰ ਮੁਏ ਅਜ਼ਰਾਇਲ ਗ੍ਰਿਫਤਾ ਦਿਲ ਹੇਚਨਾ ਦਾਨੀ ਰਹਾਉ। ਜਨ ਪੇਸੁਰ ਪਦਰ ਬਰਾਦਰਾ ਕਸਨੇਸ ਦਸਤੰਗੀਰ, ਆਖਰ ਵਿਆਪਤਮ ਕਸਨਾ ਦਾਰ, ਤੂੰ ਸਬਤ ਕਬੀਰ ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ, ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਇੰਚਨੀ ਅਹਵਾਲ। ਬਦਬਖਤ ਹਮ ਚੂ ਵਕੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤਰਾ ਤੇਰੇ ਚਾਕਰਾਂ। ਪਾਖਾ ਰਾਗ ਤਲੰਗ ਦਾ ਸਭ ਤੋਂ ਪਹਿਲਾ ਸ਼ਬਦ ਹੈ, ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਬਾਣੀ ਦੇ ਵਿੱਚ। ਹੁਣ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਅਰਬੀ ਦੇ ਵਿੱਚ ਐਵੇਂ ਤਾਂ ਨਹੀਂ ਉਚਾਰਨ ਕਰ ਦਿੱਤਾ, ਪੂਰੀ ਦੀ ਪੂਰੀ ਨੌਲੇਜ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ। ਜੇ ਇੱਥੇ ਇਹ ਕਹਿ ਦਈਏ ਨਾ ਵੀ ਅਗਲਿਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਹੋਣਾ ਵੀ ਕਲਮਾ ਸੁਣਾ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੋਣਗੇ ਮੈਨੂੰ ਤੇ ਆਉਂਦੀਆਂ ਹੀ ਨਹੀਂ, ਇਹ ਕਿਵੇਂ ਹੋ ਸਕਦਾ। ਸਤਿਗੁਰੂ ਤੇ ਚੰਗੀ ਤਰ੍ਹਾਂ ਕੁਰਾਨ ਸ਼ਰੀਫ ਨੂੰ ਕੀ ਹੋਰ ਧਾਰਮਿਕ ਸਾਰਿਆਂ ਨੂੰ ਜਾਣਦੇ ਆ, ਚਾਰਾਂ ਵੇਦਾਂ ਦਾ ਗਿਆਨ ਰੱਖਦੇ ਆ ਸਤਿਗੁਰੂ ਜੀ। ਉੱਥੇ ਸਤਿਗੁਰੂ ਜੀ ਨੇ ਸ਼ਬਦ ਵੀ ਗਾਇਆ, ਨਾਲ ਉਹਨਾਂ ਨੇ ਪੁੱਛਿਆ ਵੀ ਕਲਮਾ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਭ ਕੁਝ ਸੁਣਾਤਾ। ਭਾਈ ਮਰਦਾਨਾ ਜੀ ਨਾਲ ਸ਼ਬਦ ਗਾਉਂਦੇ ਨੇ, ਰੱਬ ਦੀ ਸਿਫਤ ਸਲਾਹ ਕਰਦੇ, ਅੱਲਾਹ ਤਾਲਾ ਦੀ ਸਿਫਤ ਸਲਾਹ ਕਰਦੇ ਹੋਏ ਸਾਰੇ ਦੇ ਸਾਰੇ ਜਹਾਜ਼ ਦੇ ਵਿੱਚ ਬੈਠੇ। ਕਵੀ ਜੀ ਨੇ ਲਿਖਿਆ ਹੈ, ਕਹਿੰਦੇ ਵੀ ਇਸੇ ਤਰ੍ਹਾਂ ਕੀ ਕੀਤਾ, ਕਹਿੰਦੇ ਪ੍ਰੇਮ ਸੰਗ ਸੁਰ ਰਾਗ ਬਸਾਇਓ। ਕਹਿੰਦੇ ਰਾਗ ਦੇ ਵਿੱਚ ਪ੍ਰੇਮ ਦੇ ਵਿੱਚ ਜਦੋਂ ਗਾਇਆ ਤੇ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ, ਸ਼ਬਦ ਨੂੰ ਗਾਉਂਦੇ ਹੋਏ ਜਿਹੜੇ ਨੇ ਆਪਣੇ ਮੱਗ ਤੇ ਆਪਣੇ ਪੰਥ ਤੇ ਰਵਾਨਾ ਜਦੋਂ ਹੋਏ, ਤੇ ਕਹਿੰਦੇ ਇਸੇ ਤਰ੍ਹਾਂ ਪੈਂਡਾ ਤੈਅ ਕਰਦੇ ਹੋਏ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਤੇ ਹੋਰ ਸਾਰੇ ਦੇ ਸਾਰੇ ਕਾਜੀ ਮੁੱਲਾ ਜਿਹੜੇ ਨੇ ਉਹ ਮੱਕੇ ਪਹੁੰਚੇ ਹਨ। ਸਰਬ ਸ਼ਬਦ ਕੋ ਬੜ ਕਰ ਜਬ ਹੀ, ਗਰੀਬ ਨਿਵਾਏ ਨਵੋਂ ਕੇ ਤਬ ਹੀ। ਕਹਿੰਦੇ ਭਾਈ ਮਰਦਾਨਾ ਜੀ ਸ਼ਬਦ ਪੜ੍ਹਦੇ ਆ ਤੇ ਜਦੋਂ ਸ਼ਬਦ ਪੂਰਾ ਹੋ ਜਾਂਦਾ ਹੈ ਤੇ ਪਰਮਾਤਮਾ ਅਕਾਲ ਪੁਰਖ ਦਾ ਧੰਨਵਾਦ ਕਰਦੇ ਆ। ਕਹਿੰਦੇ ਜਦੋਂ ਧੰਨਵਾਦ ਕੀਤਾ, ਸ਼ਬਦ ਪੜਿਆ, ਭਾਈ ਮਰਦਾਨਾ ਜੀ ਨੇ ਥੱਲੇ ਨਮਸਕਾਰ ਕੀਤੀ। ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਸਾਹਮਣੇ ਬੈਠਾ। ਜਦੋਂ ਸਤਿਗੁਰੂ ਜੀ ਨੂੰ ਸੀਸ ਨਵਾਇਆ ਤੇ ਜਦੋਂ ਸੀਸ ਉੱਪਰ ਝੁਕਣਾ ਕੀਤਾ ਹੈ, ਤੇਰੇ ਉੱਚੋ ਕਰਨੈਨ ਬਸਾਰੇ, ਦੇਖ ਮੱਕੇ ਘੇਰ ਮੁਨਾਰੇ। ਹੁਣ ਜਦੋਂ ਭਾਈ ਮਰਦਾਨਾ ਜੀ ਨੇ ਉੱਪਰ ਚੁੱਕਿਆ ਤੇ ਵੇਖਦੇ ਨੇ ਵੀ ਸਾਹਮਣੇ ਤੇ ਮੱਕਾ। ਹੁਣ ਮੱਕੇ ਦੇ ਉੱਚੇ ਉੱਚੇ ਮਨਾਰੇ ਨੇ, ਉੱਚੀਆਂ ਉੱਚੀਆਂ ਉੱਥੇ ਬਿਲਡਿੰਗਾਂ ਨੇ, ਉਹ ਸਾਰੇ ਦਾ ਸਾਰਾ ਭਾਈ ਮਰਦਾਨਾ ਜੀ ਨੇ ਉਹ ਦ੍ਰਿਸ਼ ਵੇਖਣਾ ਕੀਤਾ ਹੈ। ਊਜ ਦਬਾਏ ਕੌਣ ਸਥਾਨਾ, ਬੇਗਿਆਦ ਦੌਲਰ ਸੁੰਦਰ ਨਾਨਾ। ਇੰਨਾ ਕਿ ਉਸ ਸ਼ਬਦ ਦੇ ਵਿੱਚ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਲੀਨ ਨੇ। ਸਮੇਂ ਦਾ ਆਪਾਂ ਨਹੀਂ ਕਹਿੰਦੇ ਵੀ ਯਾਰ ਸਮੇਂ ਦਾ ਤੇ ਪਤਾ ਹੀ ਨਹੀਂ ਲੱਗਿਆ,
ਆਪਾਂ ਹੁਣ ਕਈ ਵਾਰੀ ਫਿਲਮ ਚੱਲਦੀ ਹੈ, ਥੀਏਟਰ ਦੇ ਵਿੱਚ ਬੈਠੇ ਆ, ਸਿਨੇਮੇ ਘਰ ਦੇ ਵਿੱਚ ਬੈਠੇ 3 ਘੰਟੇ ਕਿਹੜੇ ਵੇਲੇ ਨਿਕਲ ਗਏ ਪਤਾ ਹੀ ਨਹੀਂ। ਘਰ ਦੇ ਵਿੱਚ ਬੀਬੀਆਂ ਨਾਟਕ ਵੇਖਦੀਆਂ, ਸੀਰੀਅਲ ਵੇਖਦੀਆਂ, ਕੋਸ਼ਿਸ਼ ਹੁੰਦੀ ਆ ਵੀ ਅੱਧੇ ਘੰਟੇ ਦੀ ਥਾਂ ਤੇ ਘੰਟੇ ਦਾ ਚੱਲੇ, ਵੀ ਉਹ ਉਹਦੇ ਨਾਲ ਬਣਿਆ ਹੀ ਇੰਨਾ ਵਧੀਆ ਤਰੀਕੇ ਨਾਲ ਉਹਨਾਂ ਨੇ ਅਗਲੇ ਨੇ ਪੇਸ਼ਕਸ਼ ਕੀਤੀ ਹੁੰਦੀ। ਹੁਣ ਕਥਾ ਚੱਲਦੀ, ਕਈ ਬੋਣ ਉਹਦੇ ਭਾਈ ਸਾਹਿਬ ਜੀ ਵੀ ਸਮਾਂ ਘੱਟ ਹੈ, ਕਹਿੰਦੇ ਜੀ ਪਤਾ ਹੀ ਨਹੀਂ ਲੱਗਦਾ ਸਮਾਂ ਕਦੋਂ ਗੁਜ਼ਰ ਜਾਂਦਾ। ਅਸੀਂ ਤੇ ਕਹਿੰਦੇ ਆ ਵੀ ਅਗਲਾ ਵੀ ਸੁਣ ਲਈਏ, ਅਗਲਾ ਵੀ ਸੁਣ ਲਈਏ, ਵੀ ਸਮਾਂ ਵਧਾਓ। ਨਹੀਂ, ਜਦੋਂ ਬਿਰਤੀ ਇਕਾਗਰ ਹੋਏਗੀ ਨਾ, ਸਮਾਂ ਕਦੋਂ ਨਿਕਲ ਗਿਆ ਪਤਾ ਹੀ ਨਹੀਂ ਲੱਗਦਾ। ਟਾਈਮ ਦਾ ਨਹੀਂ ਪਤਾ ਲੱਗਦਾ। ਜਦੋਂ ਬੰਦੇ ਦੇ ਅੰਦਰ ਰਸ ਆਇਆ ਹੁੰਦਾ ਨਾ, ਜੁੜਿਆ ਹੁੰਦਾ, ਵੀ ਜੀ ਕਰਦਾ ਵੀ ਯਾਰ ਅੱਗੇ ਵੀ ਸੁਣ ਲਵਾਂ, ਅੱਗੇ ਦਾ ਵੀ ਪਤਾ ਲੱਗ ਜੇ, ਉਦੋਂ ਫਿਰ ਜੀ ਨਹੀਂ ਕਰਦਾ ਵੀ ਬੰਦ ਹੋਵੇ, ਵੀ ਭਾਈ ਸਾਹਿਬ ਜੀ ਸਮਾਪਤੀ ਕਰਨ। ਹੁਣ ਸਾਡਿਆਂ ਦਾ ਕਈਆਂ ਦਾ ਘਰਾਂ ਦੇ ਵਿੱਚ ਬੈਠੇ ਸੰਗਤ ਰੁਝਾਨ ਬਣਿਆ ਵੀ ਨਹੀਂ, ਮੱਕੇ ਦੀ ਯਾਤਰਾ ਦਾ ਪ੍ਰਸੰਗ ਜਿਹੜਾ ਹੈ ਉਹ ਭਾਈ ਸਾਹਿਬ ਛੇਤੀ ਛੇਤੀ ਸਾਨੂੰ ਸੁਣਾ ਦੇਣ, ਪੂਰੇ ਦਾ ਪੂਰਾ ਅਸੀਂ ਸੁਣ ਲਈਏ ਵੀ ਹੋਇਆ ਕੀ, ਕਦੀ ਮੌਕਾ ਹੀ ਨਹੀਂ ਮਿਲਿਆ। ਹੁਣ ਦੇਖੋ, ਜਦੋਂ ਇੰਨਾ ਕਿ ਰਸ ਆਇਆ ਸ਼ਬਦ ਦੇ ਵਿੱਚ, ਕਿਉਂਕਿ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਆਪ ਰੱਬ ਨੇ, ਜੁੜੀ ਹੋਈ ਰੂਹ ਨੇ ਰੱਬ ਦੇ ਨਾਲ। ਕਹਿੰਦੇ ਜਦੋਂ ਸਫ਼ਰ ਦਾ ਪਤਾ ਹੀ ਨਹੀਂ ਲੱਗਿਆ, ਕਹਿੰਦੇ ਜਦੋਂ ਉੱਥੇ ਪਹੁੰਚੇ ਭਾਈ ਮਰਦਾਨਾ ਜੀ ਨੇ ਵੇਖਿਆ ਵੀ ਆਹ ਤੇ ਆਪਾਂ ਕਿੱਥੇ ਪਹੁੰਚ ਗਏ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣ ਲੱਗੇ ਵੀ ਸਤਿਗੁਰੂ ਇਹ ਜਿਹੜਾ ਸਥਾਨ ਆਪਾਂ ਕਿੱਥੇ ਪਹੁੰਚੇ ਹਾਂ। ਕਮਲ ਬਦਨ ਸੁਨ ਕਰਦੇ ਬੈਨਾ, ਬਿਗਸਤ ਬੋਲੇ ਸ਼੍ਰੀ ਗੁਰੈਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਵੇਖ ਲਾ, ਕਹਿੰਦੇ ਜੀ ਇਹ ਕਿਹੜਾ ਸਥਾਨ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੱਸਣ ਲੱਗੇ ਹਨ, ਮੱਕਾ ਆਵਾਜ਼ਾਰਤ ਤੇਰੀ, ਚੈਤ ਜਮਾਨੇ ਉਠ ਲੀ ਜਹੇਰੀ। ਸਤਿਗੁਰੂ ਜੀ ਕਹਿੰਦੇ ਵੀ ਤੂੰ ਕਹਿੰਦਾ ਸੀ ਨਾ ਮੱਕੇ ਜਾਣਾ, ਸਤਿਗੁਰੂ ਜੀ ਕਹਿੰਦੇ ਆ ਗਿਆ ਹੀ ਮੱਕਾ, ਵੇਖ ਲਾ, ਕਰ ਲਾ ਇਹਦੇ ਮੱਕੇ ਦੇ ਵਿੱਚ ਜਾ ਕੇ ਦਰਸ਼ਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿ ਰਹੇ ਹਨ, ਸੁਨ ਕਰ ਹਰਖਾ ਬਾ ਮਨ ਭਾਵਾ, ਹਿਤ ਦੇਖਨ ਕੇ ਚਿਤ ਲਲਚਾਵਾ। ਕਹਿੰਦੇ ਭਾਈ ਮਰਦਾਨਾ ਜੀ ਵੀ ਖੁਸ਼ ਹੋ ਗਏ, ਕਹਿੰਦੇ ਵੀ ਮੱਕਾ ਆ ਗਿਆ, ਬੜੇ ਪ੍ਰਸੰਨ ਹੋਏ। ਹੁਣ ਮੱਕੇ ਦੇ ਅੰਦਰ ਜਾਣ ਦਾ ਮਨ ਜਿਹੜਾ ਭਾਈ ਮਰਦਾਨਾ ਜੀ ਦਾ ਬੜਾ ਹੈ ਵੀ ਛੇਤੀ ਛੇਤੀ ਮੱਕੇ ਦੀ ਬਿਲਡਿੰਗ ਦੇ ਵਿੱਚ ਜਾਂ ਉੱਥੇ ਜਾ ਕੇ ਆਪਾਂ ਉਸ ਜਿਹੜਾ ਇਹਨਾਂ ਦਾ ਮਸੀਤ ਬਣੀ ਹੋਈ ਵੱਡੀ, ਕਾਬਾ ਜੀ ਨੂੰ ਕਹਿੰਦੇ ਨੇ, ਕਾਬਾ, ਵੀ ਕਾਬੇ ਦੇ ਅੰਦਰ ਜਾ ਕੇ ਵੇਖਿਆ ਜਾਵੇ ਸਾਰਾ ਕੁਝ ਉੱਥੇ ਦਾ ਕਿਵੇਂ ਹੈ। ਪਹਿਲੀ ਵਾਰੀ ਭਾਈ ਮਰਦਾਨਾ ਜੀ ਵੀ ਜਿਹੜੇ ਉਹ ਆਏ ਹਨ। ਮੰਦ ਮੰਦ ਬਦ ਸੁੰਦਰ ਚਾਲੀ, ਬੈਠੇ ਜਾਏ ਸਮੀਪ ਦੀਵਾਲੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੰਦ ਮੰਦ ਚਾਲ ਚੱਲਦੇ ਹੋਏ ਇੱਕ ਦੀਵਾਰ ਦੇ ਨੇੜੇ ਜਾ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਿਰਾਜੇ ਹਨ। ਹਾਜੀ ਵੇਖ ਕਰੇ ਦੇ ਦਾਏ, ਕੀਨੇ ਆਸਨ ਗੁਰੂ ਸਹਾਏ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਆਪਣਾ ਆਸਨ ਲਾ ਲਿਆ। ਇੱਕ ਕੰਧ ਸੀ ਉੱਥੇ ਤੇ ਕੰਧ ਦੇ ਨੇੜੇ, ਚੇਤੇ ਰੱਖਿਓ ਜਿਹੜਾ ਕਾਬਾ ਆ ਨਾ, ਕਾਬਾ ਜਿਹੜਾ ਪਵਿੱਤਰ ਸਥਾਨ ਹੈ, ਉਹਦੇ ਆਸੇ ਪਾਸੇ ਇੱਕ ਬਹੁਤ ਵੱਡੀ ਉੱਚੀ ਚਾਰਦੀਵਾਰੀ ਕੀਤੀ ਹੋਈ ਹੈ। ਕਾਬੇ ਦੀ ਇੱਕ ਜਿਹੜਾ ਇਹਨਾਂ ਦੀ ਮੇਨ ਮਸਜਿਦ ਹੈ ਨਾ, ਜਿਹੜੀ ਇੱਕ ਦਿਨ ਦਾਸ ਨੇ ਪਹਿਲਾਂ ਵੀ ਜਿਹੜੀ ਉਹ ਆਪ ਜੀ ਨਾਲ ਸਾਂਝਾ ਕੀਤਾ ਸੀ, ਜਿਹਦੇ ਵਿੱਚ 2 ਪੱਥਰ ਹੈ, 2 ਪੱਥਰ, ਇੱਕ ਹੈ ਸੰਗੇ ਅਸਵਦ ਤੇ ਇੱਕ ਹੈ ਰੁਕਨੁਲ ਜ਼ੁਮਾਨ। ਜਿਹੜਾ ਸੰਗੇ ਅਸਵਦ ਹੈ ਉਹ ਕਾਲੇ ਰੰਗ ਦਾ ਪੱਥਰ ਹੈ, ਜਿਹਨੂੰ ਕਹਿੰਦੇ ਨੇ ਵੀ ਇਹ ਪੱਥਰ ਸਵਰਗ ਤੋਂ ਆਇਆ ਹੈ। ਚਿੱਟਾ ਸੀ, ਜਦੋਂ ਇਨਸਾਨ ਦੇ ਹੱਥ ਲੱਗੇ ਤੇ ਕਾਲਾ ਹੋ ਗਿਆ, ਇਹ ਕਰਕੇ ਇਸਲਾਮ ਦਾ ਮੰਨਣਾ ਹੈ। ਉਹ ਕਾਬੇ ਦੀ ਬਿਲਡਿੰਗ ਦੇ ਵਿੱਚ ਹੈ, ਉਹ ਛੋਟੀ ਬਿਲਡਿੰਗ ਹੈ, ਇੱਕ ਉੱਚਾ ਕਮਰਾ ਹੈ, ਪਰ ਇਹਦੇ ਆਸੇ ਪਾਸੇ ਇੱਕ ਵੱਡੀ ਚਾਰਦੀਵਾਰੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਚਾਰਦੀਵਾਰੀ ਦੇ ਨਾਲ ਜਾ ਕੇ ਮਾਲਕ ਨੇ ਆਪਣਾ ਆਸਨ ਲਾਇਆ ਹੈ। ਦੇਸ਼ਨ ਸ਼ਬਦ ਬਸੰਤ ਮਜਾਰਾ, ਉਜ ਸੁਰ ਸੋ ਕੇ ਗਾਨ ਉੱਚ ਵਿਚਾਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਬੈਠ ਕੇ ਫਿਰ ਕੀਰਤਨ ਕੀਤਾ ਤੇ ਬਸੰਤ ਹਿੰਡੋਲ ਦੇ ਵਿੱਚ ਇੱਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ, ਸਤਿਗੁਰੂ ਜੀ ਨੇ ਇਹ ਸ਼ਬਦ ਉੱਥੇ ਗਾਉਣਾ ਕੀਤਾ ਹੈ। ਬਸੰਤ ਹਿੰਡੋਲ ਮਹੱਲਾ ਪਹਿਲਾ, ਘਰ ਦੂਜਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। 9 7 14 3 4, ਕਰ ਮਹਿਲਤ 4 ਬਹਾਲੀ। ਚਾਰੇ ਦੀਵੇ ਜੋ ਹੱਥ ਦੀਏ, ਏਕਾ ਏਕਾ ਵਾਰੀ। ਮਿਹਰਬਾਨ ਮਧੂਸੂਦਨ ਮਾਧੋ, ਐਸੀ ਸਖਤ ਤੁਮਾਰੀ ਰਹਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਗਾਇਆ। ਸ਼ਬਦ ਥੋੜਾ ਜਿਹਾ ਲੰਬੇਰਾ ਹੈ ਤੇ ਮੈਂ ਸਿਰਫ 2 ਪੰਕਤੀਆਂ ਦੀ ਵਿਚਾਰ ਕਰਨੀ ਹੈ ਇੱਥੇ, ਕਿਉਂਕਿ ਆਪਾਂ ਇਤਿਹਾਸ ਸਾਂਝਾ ਕਰਨੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇੱਥੇ ਸ਼ਬਦ ਨੂੰ ਗਾ ਰਹੇ ਨੇ ਤੇ 9 7 14 ਜਿਹੜਾ 9 ਹੈ ਇਹ 9 ਖੰਡਾਂ ਦੀ ਗੱਲ ਕੀਤੀ ਤੇ 7 ਦੀਪ ਨੇ। ਬੜਾ ਪਿਆਰਾ ਸ਼ਬਦ ਹੈ, ਧਿਆਨ ਨਾਲ ਸੁਣਿਓ। ਮੈਂ ਸਿਰਫ ਪਹਿਲੀ ਪੰਕਤੀ ਦੀ ਵਿਚਾਰ ਕਰਨੀ ਹੈ, ਪਹਿਲੇ ਪਦੇ ਦੀ।
9 ਖੰਡ 7 ਬਾਂਦੀਪ 14 ਇਸਲਾਮ ਧਰਮ ਦੇ ਨਾਲ ਮੰਨੇ ਜਾਣ ਵਾਲੇ ਲੋਕ 14 ਲੋਕ ਇਸਲਾਮ ਮੰਨਦਾ ਹੈ ਵੀ 7 ਆਕਾਸ਼ ਨੇ ਤੇ 7 ਪਤਾਲ ਨੇ 14 9 7 14 ਅੱਗੇ ਬਚਨ ਕਹੇ 3 4 ਕਰ ਕਹਿਣ ਲੱਗੇ ਵੀ ਜਿਹੜੇ 3 ਲੋਕ ਨੇ ਇਹ 3 ਲੋਕ ਜਿਹੜਾ ਹੈ ਉਹ ਸਨਾਤਨ ਧਰਮ ਮੰਨਦਾ 14 ਲੋਕ ਇਸਲਾਮ ਮੰਨਦਾ 3 ਲੋਕ ਸਨਾਤਨ ਧਰਮ ਮੰਨਦਾ ਹੈ ਤੇ ਜਿਹਦੇ ਵਿੱਚ ਹੈ ਮਾਤ ਲੋਕ ਪਤਾਲ ਲੋਕ ਤੇ ਸਵਰਗ ਲੋਕ 3 ਲੋਕ ਸਨਾਤਨ ਧਰਮ ਜਿਹੜਾ ਇਹ 3 ਮੰਨਦਾ ਹੈ। ਸਤਿਗੁਰੂ ਜੀ ਨੇ ਬਚਨ ਕਹੇ ਮਾਲਕ ਜੀ ਕਹਿੰਦੇ ਨੇ 9 7 14 3 4 ਤੇ ਇੱਥੇ ਜਿਹੜਾ 4 ਸ਼ਬਦ ਹੈ ਨਾ ਇਹ 4 ਯੁਗਾਂ ਦੀ ਗੱਲ ਹੈ। 4 ਬਹਾਲੀ ਕਹਿੰਦੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਰਕੇ ਨਾ ਇਹ ਆਪੇ ਹੀ ਮਾਲਕ ਨੇ ਇਸ ਤਰ੍ਹਾਂ ਕਰਕੇ ਇਹ ਪੈਦਾ ਕੀਤਾ। ਫਿਰ ਸੁਣਿਓ 9 ਖੰਡ ਪਰਮਾਤਮਾ ਨੇ ਬਣਾਏ 7 ਦੀਪ ਪਰਮਾਤਮਾ ਨੇ ਬਣਾਏ 14 ਲੋਕ ਇਸਲਾਮ ਮੰਨਦਾ ਪਰਮਾਤਮਾ ਨੇ ਬਣਾਏ 3 ਲੋਕ ਸਨਾਤਨ ਧਰਮ ਮੰਨਦਾ ਪਰਮਾਤਮਾ ਨੇ ਬਣਾਏ। ਅੱਗੇ ਕਿਹਾ 4 ਯੁੱਗ ਪਰਮਾਤਮਾ ਨੇ ਬਣਾਤੇ। ਚਾਰਾਂ ਯੁਗਾਂ ਦਾ ਜਿਹੜਾ ਹੈ ਸਤਯੁਗ ਤ੍ਰੇਤਾ ਤੇ ਦੁਆਪਰ ਤੇ ਕਲਯੁਗ 4 ਯੁਗ ਨੇ। ਅੱਗੇ ਸਤਿਗੁਰੂ ਜੀ ਨੇ ਬਚਨ ਕਹੇ ਮਾਲਕ ਜੀ ਕਹਿਣ ਲੱਗੇ ਨੇ ਚਾਰੇ ਦੀਵੇ ਇਹ ਜਿਹੜੇ 4 ਦੀਵਿਆਂ ਦੀ ਗੱਲ ਹੈ ਨਾ ਇਹ 4 ਵੇਦਾਂ ਦੀ ਗੱਲ ਹੈ। 4 ਵੇਦ ਰਿਗ ਵੇਦ ਯੁਜੁਰ ਵੇਦ ਛਾਮ ਵੇਦ ਅਥਰਵਣ ਵੇਦ ਸਨਾਤਨ ਧਰਮ ਦੇ ਹਿੰਦੂ ਧਰਮ ਦੇ 4 ਵੇਦ ਨੇ। ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਨੇ 4 ਵੇਦ ਨੇ 6 ਸ਼ਾਸਤਰ ਨੇ 18 ਪੁਰਾਣ ਨੇ 27 ਸਿਮਰਤੀਆਂ ਨੇ ਹੋਰ ਵੀ ਬਹੁਤ ਸਾਰੇ ਇਹਨਾਂ ਦੇ ਮੇਨ ਕਰਕੇ ਇਹ ਜਿਹੜੇ ਨੇ ਇਹਨਾਂ ਦੇ ਧਾਰਮਿਕ ਗ੍ਰੰਥ ਮੰਨੇ ਜਾਂਦੇ ਨੇ। ਸਤਿਗੁਰੂ ਜੀ ਨੇ ਕਿਹਾ 9 ਬਚਨ ਬੜੇ ਪਿਆਰੇ ਨੇ ਚਾਰੇ ਦੀਵੇ 4 ਜਿਹੜੇ ਨੇ ਵੇਦ ਨੇ ਚੌਹੱਥ ਦੀਏ ਦਾ ਮਤਲਬ ਵੀ 4 ਵੇਦ ਇੱਕ ਯੁੱਗ ਨੂੰ ਦੇਤੇ। ਇੱਕ ਯੁੱਗ ਨੂੰ ਰਿਗ ਵੇਦ ਇੱਕ ਯੁੱਗ ਨੂੰ ਯੁਜੁਰ ਵੇਦ ਇੱਕ ਯੁੱਗ ਨੂੰ ਅਥਰਵਣ ਵੇਦ ਤੇ ਇੱਕ ਯੁੱਗ ਨੂੰ ਜਿਹੜਾ ਆ ਉਹ ਰਿਗ ਵੇਦ ਯੁਜੁਰ ਵੇਦ ਅਥਰਵਣ ਵੇਦ ਤੇ ਸ਼ਾਮ ਵੇਦ ਇੱਕ ਨੂੰ ਸ਼ਾਮ ਵੇਦ ਦੇਤਾ। ਕਹਿਣ ਤੋਂ ਬਾਅਦ 4 ਦੀਵੇ ਚੌਹੱਥ ਦੀਏ ਏਕਾ ਵਾਰੀ ਕਹਿੰਦੇ ਵੀ ਆਪਣੀ ਵਾਰੀ ਤੇ ਇਹ ਸਾਰੇ ਦਾ ਇਹ ਬੜੀ ਡੂੰਘਾਈ ਵਾਲੀ ਵਿਚਾਰ ਹੈ ਸਮਝਣ ਵਾਲੀ ਥੋੜੇ ਲਫ਼ਜ਼ਾਂ 'ਚ ਸਮਝ ਨਹੀਂ ਆਉਣੀ। ਮਿਹਰਬਾਨ ਮਦਸੂਦਨ ਮਾਧੋ ਇਹ ਮਾਇਆ ਦੇ ਪਤੀ ਇਹ ਸਭ ਕੁਝ ਤੁਹਾਡੀ ਹੋਈ ਕਰਾਮਾਤ ਹੈ ਤੁਹਾਡੀ ਹੋਈ ਤਾਕਤ ਹੈ। ਮਾਲਕ ਜੀ ਜੋ ਕੁਝ ਤੁਸੀਂ ਕਰ ਰਹੇ ਹੋ ਤੁਹਾਡੀ ਸ਼ਕਤੀ ਹੈ ਤੁਹਾਡੀ ਤਾਕਤ ਦੇ ਨਾਲ ਸਭ ਕੁਝ ਜਿਹੜਾ ਉਹ ਹੋ ਰਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਜਿਹੜਾ ਉੱਥੇ ਗਾਉਣਾ ਕੀਤਾ ਬੜਾ ਪਿਆਰਾ ਸ਼ਬਦ ਹੈ। ਕਿਧਰੇ ਸਮਾਂ ਮਿਲੇ ਨਾ ਮੌਕਾ ਮਿਲੇ ਤੇ ਕੋਸ਼ਿਸ਼ ਕਰਿਆ ਜੀ ਵੀ ਇਸ ਪੂਰੇ ਦੇ ਪੂਰੇ ਸ਼ਬਦ ਨੂੰ ਆਪ ਜੀ ਵਿਚਾਰਨ ਦੀ ਕੋਸ਼ਿਸ਼ ਕਰਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੇ ਬਿਰਾਜੇ ਹੋਏ ਹਨ। ਸੁਨੋ ਗੋਰੇ ਅੰਗਦ ਜੀ ਆਗੇ ਬੁਨ ਕਥਾ ਅਬ ਬੈਠੇ ਜਗਦੇਸ਼ ਗੋ ਕਟੀ ਦੇ ਥਨ ਹੈ। ਕਹਿੰਦੇ ਵੀ ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕੁਛ ਘੜੀਆਂ ਉਸ ਜਿੱਥੇ ਕੰਧ ਦੇ ਲਾਗੇ ਬੈਠੇ ਨੇ ਸ਼ਬਦ ਗਾ ਰਹੇ ਨੇ ਪ੍ਰਮਾਤਮਾ ਦੀ ਸਿਫਤ ਕਰ ਰਹੇ ਨੇ। ਕਹਿੰਦੇ ਕੁਛ ਘੜੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਕੰਧ ਦੇ ਨੇੜੇ ਜਿੱਥੇ ਮਾਲਕ ਜੀ ਬੈਠੇ ਸਨ ਉੱਥੇ ਮਾਲਕ ਨੂੰ ਬੈਠਿਆ ਹੋਇਆ ਸਮਾਂ ਜਿਹੜਾ ਬਤੀਤ ਹੋਇਆ ਹੈ। ਦੀਨਨ ਕੇ ਦਾਨੀ ਬੋਲੇ ਬਦਨ ਤੇ ਬਾਨੀ ਤਬ ਦੇਖ ਮਰਦਾਨੇ ਜਾਗੂ ਚਾਹਤ ਮਹਾਨ ਹੈ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਬੈਠਾ ਸੀ ਰਬਾਬ ਵਜਾਉਂਦਾ ਹੈ ਤੇ ਭਾਈ ਮਰਦਾਨੇ ਦੇ ਮਨ ਦੇ ਵਿੱਚ ਹੈ ਵੀ ਆ ਤੇ ਗਏ ਆ ਤੇ ਬਾਬਾ ਤੇ ਇੱਥੇ ਫਿਰ ਕੀਰਤਨ ਕਰਨ ਲੱਗ ਪਿਆ ਕੰਧ ਦੇ ਥੱਲੇ ਬਹਿ ਕੇ ਵੀ ਮੈਂ ਜਾਵਾਂ ਵੀ ਇਹ ਵੇਖ ਹੀ ਆਵਾਂ ਮੱਕਾ ਲੋਕ ਬੜੀ ਸਿਫਤ ਕਰਦੇ ਨੇ ਮੱਕੇ ਦੀ ਕਾਬੇ ਦੀ ਮੈਂ ਵੇਖ ਹੀ ਆਵਾਂ ਅੰਦਰ ਕੀ ਹੋ ਰਿਹਾ ਸਾਰਾ ਕੁਝ ਤੇ ਮਨ ਦੇ ਵਿੱਚ ਤਾਂ ਅਸੀਂ ਸਤਿਗੁਰੂ ਜੀ ਨੇ ਸਮਝ ਲਿਆ ਵੀ ਭਾਈ ਮਰਦਾਨਾ ਜੀ ਜਿਹੜੇ ਨੇ ਨਾ ਉਹ ਜਾਣਾ ਚਾਹੁੰਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨਿਆ ਵੀ ਓਂਕਾਰ ਛੱਡ ਦੇ ਰਵਾਬ ਇੱਥੇ ਰੱਖ ਦੇ ਤੇ ਜਾ ਕੇ ਕਾਬੇ ਦੇ ਅੰਦਰ ਜਾ ਕਾਬੇ ਦੇ ਅੰਦਰ ਜੋ ਕੁਝ ਤੂੰ ਦੇਖਣਾ ਚਾਹੁੰਦਾ ਵੀ ਤੇਰੇ ਮਨ ਦੀ ਭਾਵਨਾ ਨਾ ਵੀ ਮੈਂ ਦੇਖ ਕੇ ਆਉਣੀ ਇਹ ਬਿਲਡਿੰਗ ਵਿੱਚ ਕੀ ਕੁਝ ਹੋ ਰਿਹਾ ਵੀ ਜਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਾ ਕੇ ਦੇਖ ਕੇ ਆਉਣਾ ਕਰ। ਸ਼੍ਰੀ ਪ੍ਰਭੂ ਨੀਤ ਇਹ ਚਾਰੋ ਦੇਸ ਭੀਤ ਕਰੇ ਕਹੂੰ ਮੈਂ ਵਰਤੀਤ ਸਭ ਤੁਰਕ ਅਜਾਨ ਹੈ। ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਮੈਂ ਚਾਰੇ ਪਾਸੇ ਇਹ ਕੰਧ ਵੇਖਦਾ ਪਿਆ ਜਿਹੜੀ 4 ਦੀਵਾਰੀ ਹੈ ਬੜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹਨਾਂ ਨੇ ਸਖਤਾਈ ਕੀਤੀ ਹੋਈ ਇੱਥੇ
ਬੜੀ ਸਖਤਾਈ ਕੀਤੀ ਹੋਈ ਵੀ ਮੈਨੂੰ ਨਹੀਂ ਪਤਾ, ਵੀ ਮੈਨੂੰ ਤੇ ਇਉਂ ਲੱਗਦਾ ਵੀ ਇਹਨਾਂ ਨੇ ਕਾਬੇ ਦੀ ਬਿਲਡਿੰਗ ਦੇ ਵਿੱਚ ਰੱਬ ਨੂੰ ਕੈਦ ਕਰਕੇ ਰੱਖਿਆ, ਵੀ ਇੰਨੀ ਸਖਤਾਈ ਹੈ ਕਿਉਂਕਿ ਇਸਲਾਮ ਮੰਨਦਾ ਹੈ। ਫਿਰ ਮੈਂ ਬੇਨਤੀ ਕਰਾਂ ਵੀ ਇਹਨਾਂ ਦੀ ਇਹ ਪਵਿੱਤਰ ਮਸਜਿਦ ਹੈ ਇਸਲਾਮ ਦੀ, ਜਿਵੇਂ ਆਪਾਂ ਅੰਮ੍ਰਿਤਸਰ ਸਾਹਿਬ ਨੂੰ ਮੰਨਦੇ ਆ ਨਾ, ਸਾਡਾ ਕੇਂਦਰੀ ਸਥਾਨ ਇਸਲਾਮ ਦਾ ਇਹ ਕੇਂਦਰੀ ਸਥਾਨ ਹੈ ਕਾਬਾ, ਤੇ ਕਾਬੇ ਦੀ ਯਾਤਰਾ ਬੜੀ ਜ਼ਰੂਰੀ। ਕਹਿੰਦੇ ਵੀ ਇੱਥੇ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੈ, ਤੇ ਇੱਥੇ ਦੀ ਯਾਤਰਾ ਹੱਜ ਬੜਾ ਜ਼ਰੂਰੀ। ਕਹਿੰਦੇ ਵੀ ਇੱਥੇ ਰੱਬ ਅੱਲਾਹ ਤਾਲਾ ਦਾ ਜਨਮ ਇੱਥੇ ਹੋਇਆ। ਇਹ ਰੱਬ ਨੂੰ ਇੱਕ ਥਾਂ ਤੇ ਇਸ ਥਾਂ ਤੇ ਮੰਨਦੇ ਆ ਕਾਬੇ ਦੇ ਵਿੱਚ। ਇਸ ਕਰਕੇ ਜਦੋਂ ਵੀ ਮੁਸਲਮਾਨ ਵੀਰ ਨਵਾਜ਼ ਅਦਾ ਕਰਦਾ ਹੈ ਉਹ ਪੱਛਮ ਬੱਲੇ ਮੂੰਹ ਕਰਕੇ, ਕਿਉਂਕਿ ਪੱਛਮ ਦੇ ਬੱਲੇ ਜਿਹੜਾ ਆਪਾਂ ਨੂੰ ਇੱਧਰ ਲਹਿੰਦੇ ਵਾਲੇ ਪਾਸੇ ਸਾਊਦੀ ਅਰਬ ਹੈ, ਉੱਥੇ ਇਹ ਕਾਬਾ ਹੈ, ਮੱਕਾ ਹੈ, ਉਸ ਪਾਸੇ ਮੂੰਹ ਕਰਕੇ ਕਰਦੇ ਆ ਕਿਉਂਕਿ ਮੰਨਦੇ ਆ ਵੀ ਉਧਰ ਰੱਬ ਹੈ, ਖੁਦਾ ਦਾ ਘਰ ਆ ਉਹ। ਸਤਿਗੁਰੂ ਜੀ ਇਹਨਾਂ ਨੇ ਬਿਲਡਿੰਗ ਦੇ ਚਾਰ ਦੀਵਾਰੀ, ਮੈਨੂੰ ਇਉਂ ਲੱਗਦਾ ਵੀ ਰੱਬ ਨੂੰ ਇੱਥੇ ਕੈਦ ਕੀਤਾ ਹੋਇਆ ਹੈ। ਕੈਸੀ ਇਹ ਰੀਤ ਗਾਗੋ ਪੂਜੇ ਕਰ ਪ੍ਰੀਤ ਨਰ ਮੁਗ ਦੋਨੀ ਦਸੀ ਫਰਦ ਬਾਜਵਾਨ ਹੈ। ਸਤਿਗੁਰੂ ਜੀ ਕਿਵੇਂ ਦੀ ਰੀਤ ਹੈ ਮੈਨੂੰ ਨਹੀਂ ਸਮਝ ਆ ਰਹੀ, ਵੀ ਇਹ ਤੇ ਨਾ ਮੈਨੂੰ ਤੇ ਇਉਂ ਲੱਗਦਾ ਵੀ ਸਤਿਗੁਰੂ ਇੱਥੇ ਕੁਛ ਨਾ ਕੁਛ ਗਲਤ ਹੋ ਰਿਹਾ। ਭਾਈ ਮਰਦਾਨਾ ਜੀ ਕਹਿੰਦੇ ਵੀ ਸਤਿਗੁਰੂ ਆਪਾਂ ਆਏ ਤੇ ਹੈਗੇ ਆ, ਵੀ ਤੁਸੀਂ ਇਹਨਾਂ ਨੂੰ ਵੀ ਮਾੜਾ ਮੋਟਾ ਸਮਝਾਓ। ਤੁਸੀਂ ਮੰਦਿਰਾਂ ਦੇ ਵਿੱਚ ਜਾਂਦੇ ਹੋ, ਹੋਰ ਪਾਸੇ ਜਾਂਦੇ ਹੋ, ਵੀ ਇੱਥੇ ਦਾ ਵੀ ਸਾਰੇ ਦਾ ਸਾਰਾ ਕਰਨਾ ਕਰੋ ਕੁਛ ਨਾ ਕੁਛ ਖੁਲਾਸਾ। ਭਾਈ ਮਰਦਾਨਾ ਜੀ ਕਹਿੰਦੇ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੁਸਕਰਾਏ। ਮਾਲਕ ਜੀ ਕਹਿੰਦੇ ਵੀ ਮਰਦਾਨਿਆ ਘਬਰਾ ਨਾ, ਇੱਥੇ ਵੀ ਆਪਾਂ ਵੇਖ ਲੈਨੇ ਆ, ਵੀ ਇੱਥੇ ਵੀ ਆਪਾਂ ਤਾਂ ਦੱਸਣ ਹੀ ਆਏ ਆ, ਸੱਚ ਹੀ ਦੱਸਣ ਆਏ ਆ। ਸਤਿਗੁਰੂ ਗੁਰੂ ਨਾਨਕ ਸਾਹਿਬ, ਹੁਣ ਵੇਖੋ ਸਤਿਗੁਰੂ ਜੀ ਨੇ ਇੱਥੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ, ਵੀ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦੀ ਮਸਜਿਦ ਦੇ ਵੱਲ, ਮੱਕੇ ਦੇ ਵੱਲ ਜਦੋਂ ਆਪਣੇ ਚਰਨ ਕੀਤੇ ਹੋਣਗੇ, ਤੇ ਇਹ ਇੱਕ ਤਰਕ ਨਹੀਂ ਸੀ ਹੈਗਾ, ਕਿੱਡਾ ਵੱਡਾ ਤਰਕ ਹੈ। ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਵੀ ਇਹਨਾਂ ਦੇ ਕਾਬੇ ਦੇ ਵੱਲ, ਔਰ ਉਹ ਵੀ ਉਹਨਾਂ ਦੇ ਘਰੇ ਜਾ ਕੇ। ਮੈਂ ਕਈ ਵਾਰੀ ਵੇਖਦਾ, ਮੈਂ ਆਪਣੀ ਗੱਲ ਹੀ ਕਰਦੇ ਆ, ਆਪਣੀ ਗੱਲ ਮੈਂ ਕਈ ਵਾਰੀ ਵੇਖਦਾ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਹੋਵੇ, ਜਾਂ ਗੁਰਦੁਆਰੇ ਵੀ ਸੰਗਤ ਬੈਠੀ ਹੋਵੇ ਨਾ, ਜਾਂ ਕੋਈ ਆਪਣੇ ਐ ਚਰਨ, ਆਪਣੇ ਪੈਰ ਮਾਫ ਕਰਿਆ ਜੇ ਆਪਣੇ ਪੈਰ ਐ ਲੰਮੇ ਕਰ ਦੇਵੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੱਲੇ, ਤੇ ਸਾਡੇ ਬਾਬੇ ਉਸੇ ਵੇਲੇ ਅੱਗ ਬਬੂਲੇ ਹੋ ਜਾਂਦੇ। ਕਹਿੰਦੇ ਤੈਨੂੰ ਪਤਾ ਨਹੀਂ ਵੀ ਤੂੰ ਗੁਰੂ ਗ੍ਰੰਥ ਸਾਹਿਬ ਵੱਲੇ ਆਪਣੇ ਪੈਰ ਕਰਕੇ ਬੈਠਾ ਹੋ ਜਾਂਦਾ ਨਾ, ਵੀ ਤੈਨੂੰ ਪਤਾ ਨਹੀਂ ਵੀ ਤੂੰ ਆਪਣੇ ਪੈਰ ਕਰਕੇ ਬੈਠ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਵੱਲੇ ਪੈਰ ਨਹੀਂ ਕਰਦੇ, ਅਸੀਂ ਵੀ ਗੁੱਸਾ ਚੜ ਜਾਂਦਾ ਵੀ ਭਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਵਿੱਚ ਬੈਠਾ ਤੇ ਤੂੰ ਗੁਰੂ ਗ੍ਰੰਥ ਸਾਹਿਬ ਵਾਲੇ ਪੈਰ ਕਰਕੇ ਬੈਠਾ ਹੈ। ਤੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਠੀਕ ਹੈ, ਕਈ ਵਾਰੀ ਇੱਕ ਤੇ ਹੁੰਦਾ ਜਾਣ ਬੁੱਝ ਕੇ, ਇੱਕ ਹੁੰਦੀ ਕਈ ਵਾਰੀ ਕਿਸੇ ਦੀ ਪ੍ਰੋਬਲਮ ਹੁੰਦੀ ਹੈ, ਉਹ ਲੱਤ ਸਿੱਧੀ ਕਰ ਸਕਦਾ ਹੈ। ਤੇ ਜੇ ਪੁੱਛਣ ਵਾਲਾ ਹੋਵੇ ਵੀ ਇੱਧਰ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਤੇ ਇੱਧਰ ਹੈ ਨਹੀਂ, ਹੁਣ ਗੁਰਦੁਆਰਾ ਤੇ ਇੱਕ ਅੱਗੇ ਹੁੰਦਾ ਤੇ ਇੱਕ ਪਿੱਛੇ ਹੁੰਦਾ, ਹੁਣ ਬੰਦਾ ਕਿਹੜੇ ਪਾਸੇ ਕਰੇ। ਆਪਾਂ ਕਈ ਵਾਰੀ ਗੁਰਦੁਆਰੇ ਜਾਂਦੇ ਆ, ਹੁਣ ਕਈ ਗੁਰਦੁਆਰਿਆਂ ਦੇ ਵਿੱਚ ਕੀ ਹੁੰਦਾ ਵੀ ਇੱਕ ਤੇ ਹਾਲ ਹੈ, ਤੇ ਹਾਲ ਦੇ ਵਿੱਚ ਹੀ ਸੀ ਅਖੰਡ ਪਾਠ ਸਾਹਿਬ ਵਾਲੇ ਰੂਮ ਬਣਾਏ ਨੇ। ਐਜ਼ ਏ ਐਗਜ਼ਾਮਪਲ, ਉਦਾਹਰਨ ਸਾਡੇ ਸਾਹਮਣੇ ਹੈ। ਆਪਾਂ ਅੰਮ੍ਰਿਤਸਰ ਸਾਹਿਬ ਜਾਂਦੇ ਆ, ਅੰਮ੍ਰਿਤਸਰ ਸਾਹਿਬ ਜਾਂਦੇ ਆ ਜਿੱਥੇ ਦੁੱਖ ਭੰਜਣੀ ਬੇਰੀ ਹੈ, ਤੁਸੀਂ ਸਾਰੇ ਹੀ ਜਾਂਦੇ ਜੇ, ਦੁੱਖ ਭੰਜਣੀ ਬੇਰੀ ਹੈ। ਹੁਣ ਦੁੱਖ ਭੰਜਣੀ ਬੇਰੀ ਦੇ ਉੱਥੇ ਸੰਗਤ ਬੈਠੀ ਹੈ, ਉਹ ਉਸ ਪਾਸੇ ਵਾਲੇ ਮੂੰਹ ਕਰਕੇ, ਜਦੋਂ ਪਿੱਛੋਂ ਵੇਖੋਗੇ ਤੇ ਪਿਛਲੇ ਪਾਸੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਹੋਏ ਨੇ। ਪਿੱਠ ਨਹੀਂ ਹੁੰਦੀ ਨਾ, ਜਦੋਂ ਅਸੀਂ ਮੱਥਾ ਟੇਕ ਕੇ ਵਾਪਸ ਆਉਂਦੇ ਆ ਪਿੱਠ ਨਹੀਂ ਹੁੰਦੀ। ਇਹਨਾਂ ਚੀਜ਼ਾਂ ਨੂੰ ਛੱਡੀਏ, ਮੈਂ ਫਿਰ ਸਿੱਧੀ ਜੀ ਬੇਨਤੀ ਕਰ ਰਿਹਾ, ਇਹਨਾਂ ਚੀਜ਼ਾਂ ਨੂੰ ਛੱਡੀਏ। ਗੁਰਬਾਣੀ ਤੇ ਸਾਨੂੰ ਇਹ ਸਮਝਾਉਂਦੀ ਹੈ, ਜੈ ਜੈ ਪੇਖੂ ਤੈਂ ਜਿਹੜੇ ਪਾਸੇ ਮੈਂ ਨਜ਼ਰ ਮਾਰਦਾ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਸੱਜੇ ਵੀ ਗੁਰੂ ਹੈ ਤੇ ਖੱਬੇ ਵੀ ਗੁਰੂ ਹੈ, ਸਾਹਮਣੇ ਵੀ ਗੁਰੂ, ਅੱਗੇ ਵੀ ਗੁਰੂ ਤੇ ਪਿੱਛੇ ਵੀ ਗੁਰੂ, ਸਾਰੇ ਪਾਸੇ ਗੁਰੂ ਹੈ। ਤੁਧ ਬਿਨ ਦੂਜਾ ਨਹੀਂ, ਤੇਰੇ ਬਿਨਾ ਹੈ ਹੀ ਕੋਈ ਨਹੀਂ। ਪਰ ਅਸੀਂ ਇੱਕ ਥਾਂ ਤੇ ਜਦੋਂ ਮੰਨ ਕੇ ਬਹਿ ਗਏ ਨਾ, ਪਰ ਸਾਡੇ ਵਿੱਚ ਤੇ ਇਹਨਾਂ ਦੇ ਵਿੱਚ, ਇਸਲਾਮ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਫਰਕ ਹੀ ਰਹਿ ਗਿਆ। ਪਰ ਗੁਰਮਤਿ ਕੀ ਕਹਿੰਦੀ ਹੈ, ਅਸੀਂ ਕੀ ਕਰ ਰਹੇ ਹਾਂ? ਸਾਨੂੰ ਸਤਿਗੁਰੂ ਜੀ ਨੇ ਸਮਝਾਇਆ ਹੈ। ਬਾਣੀ ਕਹਿੰਦੀ ਹੈ, ਜੋ ਦੀਸੈ ਸੋ ਤੇਰਾ ਰੂਪ, ਬੜੇ ਹਾਰੀ ਕੁਦਰਤ ਵਸਿਆ ਮਾਲਕ ਕਹਿੰਦੇ ਨੇ ਕਣ ਕਣ ਦੇ ਵਿੱਚ ਰੱਬ ਸਮਾਇਆ ਹੋਇਆ, ਕਣ ਕਣ ਦੇ ਵਿੱਚ ਹਰ ਥਾਂ ਤੇ ਗੁਰੂ ਦਾ ਨਿਵਾਸ ਹੈ, ਰੱਬ ਦਾ ਨਿਵਾਸ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ। ਹੁਣ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਤਰਕ ਕਰਨਾ, ਭਾਈ ਮਰਦਾਨੇ ਜੀ ਨੇ ਅੰਦਰ ਵੀ ਜਾਣਾ ਕਾਬੇ ਦੀ ਇਮਾਰਤ ਦੇ ਵਿੱਚ, ਉਹ ਵੇਖ ਕੇ ਆਉਣਾ ਸਾਰੇ ਦਾ ਸਾਰਾ। ਗੁਰੂ ਨਾਨਕ ਸਾਹਿਬ ਵੀ ਇੱਥੇ ਕੀ ਕੌਤਕ ਕਰਦੇ ਆ, ਕਿਉਂਕਿ ਤਕਰੀਬਨ ਆਪਾਂ ਨੂੰ ਪਤਾ ਵੀ ਅੱਗੇ ਘਟਨਾ ਘਟਣੀ ਹੈ, ਵੀ ਸਤਿਗੁਰੂ ਜੀ ਨੇ ਜਦੋਂ ਰਾਤ ਨੂੰ ਆਰਾਮ ਕਰਨਾ ਤੇ ਕਾਬੇ ਵੱਲੇ ਇਹਨਾਂ ਦੀ ਜਿਹੜੀ ਪਵਿੱਤਰ ਇਮਾਰਤ ਹੈ ਉਧਰ ਚਰਨ ਕਰਨੇ ਆ। ਉੱਥੇ ਫਿਰ ਕੀ ਘਟਨਾ ਘਟਦੀ ਹੈ,
ਕਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤਰਕ ਦਿੰਦੇ ਆ, ਆਪਣੀ ਗੱਲ ਜਿਹੜੀ ਉਹ ਅੱਗੇ ਰੱਖਦੇ ਆ। ਉਹ ਆਪਾਂ ਆਉਣ ਵਾਲੇ ਦੀਵਾਨਾਂ ਦੇ ਵਿੱਚ ਇਸੇ ਤਰ੍ਹਾਂ ਇਤਿਹਾਸ ਸਾਂਝਾ ਕਰਦੇ ਰਵਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ। ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਲਈ ਮੁਆਫੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ